हाँ जी स्टूडेंट्स, ਅੱਜ ਅਸੀਂ ਆਪਣੀ 12ਵੀਂ ਕਲਾਸ ਦੀ ਸੈਕਸ਼ਨ ਸੀ ਦੀ 5ਵੀਂ ਸਟੋਰੀ ਦਾ ਬਾਰਬਰਸ ਟ੍ਰੇਡ ਯੂਨੀਅਨ, ਜਿਸ ਨੂੰ ਕਿ ਮੁਲਕ ਰਾਜ ਆਨੰਦ ਜੀ ਨੇ ਲਿਖਿਆ ਹੋਇਆ ਹੈ, ਉਸ ਦੀ ਕੰਪਰੀਹੈਂਸਿਵ ਐਕਸਪਲੇਨੇਸ਼ਨ ਅਤੇ ਐਨਾਲਿਸਿਸ ਕਵਰ ਕਰਾਂਗੇ। ਇਹ ਇਸ ਸਟੋਰੀ ਦਾ ਸਾਡਾ ਪਹਿਲਾ ਵੀਡੀਓ ਹੋਏਗਾ। ਸਟੂਡੈਂਟਸ, ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹਾਂਗਾ ਕਿ ਮੈਂ ਇਸ ਤੋਂ ਪਹਿਲਾਂ ਦੀਆਂ 12ਵੀਂ ਕਲਾਸ ਦੀਆਂ ਸੈਕਸ਼ਨ ਸੀ ਦੀਆਂ 4 ਸਟੋਰੀਜ਼, ਦਾ ਸਕੂਲ ਫॉर ਸਿੰਪਥੀ, ਅ ਕਮਿਲੀਅਨ, ਹੋਲੀ ਅਤੇ ਦਾ ਗੋਲਡ ਫਰੇਮ, ਇਹਨਾਂ ਸਾਰੇ ਚੈਪਟਰਸ ਦੀ ਕੰਪਰੀਹੈਂਸਿਵ ਐਕਸਪਲੇਨੇਸ਼ਨ, ਫਿਰ ਉਹਨਾਂ ਦੇ ਸ਼ਾਰਟ ਆਨਸਰ ਟਾਈਪ ਕੁਐਸਚਨਸ ਅਤੇ ਫਿਰ ਉਹਨਾਂ ਦੇ ਲੌਂਗ ਆਨਸਰ ਟਾਈਪ ਕੁਐਸਚਨਸ ਦੇ ਸਾਰੇ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਚੁੱਕਿਆ ਹਾਂ। ਉਮੀਦ ਕਰਦਾ ਹਾਂ ਕਿ ਤੁਸੀਂ ਇਹ ਸਾਰੇ ਵੀਡੀਓਜ਼ ਜ਼ਰੂਰ ਦੇਖੇ ਹੋਣਗੇ। ਸਟੂਡੈਂਟਸ, ਸਟੋਰੀ ਸ਼ੁਰੂ ਕਰਨ ਤੋਂ ਪਹਿਲਾਂ ਇਸ ਸਟੋਰੀ ਦਾ ਇੰਟਰੋਡਕਟਰੀ ਪੈਰਾਗ੍ਰਾਫ ਪੜ੍ਹ ਲੈਂਦੇ ਹਾਂ। ਸਾਨੂੰ ਪਤਾ ਹੈ ਕਿ ਦਾ ਬਾਰਬਰਸ ਟ੍ਰੇਡ ਯੂਨੀਅਨ ਮੁਲਕ ਰਾਜ ਆਨੰਦ ਜੀ ਨੇ ਲਿਖੀ ਹੋਈ ਹੈ। ਮੁਲਕ ਰਾਜ ਆਨੰਦ ਵਾਜ਼ ਐਨ ਇੰਡੀਅਨ ਰਾਈਟਰ ਇਨ ਇੰਗਲਿਸ਼। ਤਾਂ ਸਾਡੇ ਇੰਡੀਅਨ ਰਾਈਟਰ ਨੇ ਜੀ, ਭਾਰਤੀ ਲੇਖਕ ਨੇ। ਅੰਗਰੇਜ਼ੀ ਦੇ ਵਿੱਚ ਇਹਨਾਂ ਨੇ ਬਹੁਤ ਸਾਰੀਆਂ ਸਟੋਰੀਜ਼ ਤੇ ਨਾਵਲਸ ਲਿਖੇ ਨੇ। One of the pioneers of Indo-English fiction, he together with R.K. Narayan, Ahmad Ali and Raja Rao was one of the first India-based writers in English to gain an international readership. ਜੇਕਰ ਅਸੀਂ ਆਪਣੇ ਭਾਰਤੀ ਇੰਗਲਿਸ਼ ਫਿਕਸ਼ਨ ਦਾ ਮਤਲਬ ਨਾਵਲਸ ਤੋਂ ਹੈ, ਉਹਨਾਂ ਦੇ ਜੇਕਰ ਅਸੀਂ ਪਾਇਨੀਅਰਸ ਦੇਖੀਏ, ਪਾਇਨੀਅਰਸ ਜਿਨ੍ਹਾਂ ਨੇ ਕਿ ਸਭ ਤੋਂ ਪਹਿਲਾਂ ਮੋਹਰੀ ਬਣ ਕੇ ਕੋਈ ਕੰਮ ਕੀਤਾ ਹੋਵੇ, ਉਹਨਾਂ ਨੂੰ ਕਹਿੰਦੇ ਆ। ਤੇ ਉਹਨਾਂ ਦੇ ਵਿੱਚੋਂ ਇੱਕ ਸੀਗੇ ਜੀ ਇਹ। ਤੇ ਹੋਰ ਕੌਣ ਸੀ? R.K. ਨਰਾਇਣ। R.K. ਨਰਾਇਣ ਦੇ ਬਾਰੇ ਸਟੂਡੈਂਟਸ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ। ਉਹਨਾਂ ਦੀ ਲਿਖੀ ਹੋਈ ਸਟੋਰੀ ਐਨ ਐਸਟ੍ਰੋਲੋਜਰਸ ਡੇ ਤੁਸੀਂ +1 ਕਲਾਸ ਪੜ੍ਹੀ ਹੈ। ਇਸੇ ਤਰ੍ਹਾਂ ਅਹਿਮਦ ਅਲੀ ਅਤੇ ਰਾਜਾ ਰਾਓ, ਇਹ ਵੀ ਪਾਇਨੀਅਰਸ ਰਹੇ ਨੇ ਜੀ ਸਾਡੇ ਇੰਡੋ ਇੰਗਲਿਸ਼ ਫਿਕਸ਼ਨ ਦੇ। ਇਹ ਸਾਰੇ ਭਾਰਤੀ ਰਾਈਟਰ ਸੀ ਜਿਨ੍ਹਾਂ ਨੇ ਇੰਗਲਿਸ਼ ਦੇ ਵਿੱਚ ਲਿਖਿਆ ਅਤੇ ਇੰਟਰਨੈਸ਼ਨਲ ਰੀਡਰਸ਼ਿਪ ਪ੍ਰਾਪਤ ਕੀਤੀ। ਇੰਟਰਨੈਸ਼ਨਲ ਰੀਡਰਸ਼ਿਪ ਦਾ ਮਤਲਬ ਕਿ ਇੰਟਰਨੈਸ਼ਨਲ ਲੈਵਲ ਤੇ ਇਹਨਾਂ ਦੇ ਕੰਮ ਨੂੰ ਪੜ੍ਹਿਆ ਗਿਆ ਲੋਕਾਂ ਵੱਲੋਂ। ਹੀ ਵਾਜ਼ ਬੋਰਨ ਇਨ ਪੇਸ਼ਾਵਰ। ਹੀ ਦਾ ਮਤਲਬ ਇੱਥੇ ਮੁਲਕ ਰਾਜ ਆਨੰਦ ਜੀ ਤੋਂ ਹੈ। ਤਾਂ ਉਹਨਾਂ ਦਾ ਜਨਮ ਪੇਸ਼ਾਵਰ ਵਿੱਚ ਹੋਇਆ। ਅੱਜ ਕੱਲ੍ਹ ਪੇਸ਼ਾਵਰ ਪਾਕਿਸਤਾਨ ਵਿੱਚ ਹੈ। Anand described himself as one of the many groping young men of his generation who had begun to question everything in their background, to look away from the big houses and to feel the misery of the inert, disease-ridden, underfed and illiterate people. ਆਨੰਦ ਜੀ ਆਪਣੇ ਆਪ ਨੂੰ ਡਿਸਕ੍ਰਾਈਬ ਕਰਦੇ ਸੀ। ਡਿਸਕ੍ਰਾਈਬ ਦਾ ਮਤਲਬ ਵਰਣਨ ਕਰਦੇ ਸੀ ਕਿ ਮੈਂ ਉਹਨਾਂ ਬਹੁਤ ਸਾਰੇ ਗਰੋਪਿੰਗ ਯੰਗ ਮੈਨ ਦੇ ਵਿੱਚੋਂ ਹਾਂ। ਗਰੋਪਿੰਗ ਦਾ ਮਤਲਬ ਜੋ ਕਿਸੇ ਚੀਜ਼ ਦੀ ਭਾਲ ਵਿੱਚ ਹੋਣ, ਜੋ ਕਿਸੇ ਚੀਜ਼ ਦੀ ਸਰਚ ਵਿੱਚ ਹੋਣ, ਉਸ ਨੂੰ ਅਸੀਂ ਕਹਿੰਦੇ ਹਾਂ। ਆਪਣੀ ਜਨਰੇਸ਼ਨ ਦੇ ਜਿਨ੍ਹਾਂ ਨੇ ਕਿ ਕੁਐਸਚਨ ਕਰਨਾ ਸ਼ੁਰੂ ਕਰਤਾ ਸੀ, ਪ੍ਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਸੀ ਹਰ ਇੱਕ ਚੀਜ਼ ਬਾਰੇ। ਇਨ ਦੇਅਰ ਬੈਕਗਰਾਊਂਡ, ਉਹਨਾਂ ਨੇ ਆਪਣੇ ਵੱਡੇ ਘਰਾਂ ਤੋਂ ਬਾਹਰ ਆ ਕੇ ਦੇਖਣਾ ਸ਼ੁਰੂ ਕਰ ਦਿੱਤਾ ਸੀ ਅਤੇ ਉਹਨਾਂ ਨੇ ਉਹਨਾਂ ਲੋਕਾਂ ਦੀ ਦੁੱਖ ਦਰਦ ਨੂੰ ਫੀਲ ਕਰਨਾ ਸ਼ੁਰੂ ਕਰ ਦਿੱਤਾ ਸੀ। ਇੱਥੇ ਮਿਜ਼ਰੀ ਦਾ ਮਤਲਬ ਸਫਰਿੰਗ ਹੈ, ਜੋ ਕਿ ਇਨਰਟ, ਡਿਸੀਜ਼ ਰੀਡਨ, ਅੰਡਰਫੈਡ ਤੇ ਇਲੀਟਰੇਟ ਲੋਕ ਨੇ। ਤਾਂ ਡਿਸੀਜ਼ ਰੀਡਨ ਜਿਨ੍ਹਾਂ ਨੂੰ ਕਿ ਬਿਮਾਰੀਆਂ ਹੋਈਆਂ ਵੀਆਂ ਨੇ, ਅੰਡਰਫੈਡ ਜਿਨ੍ਹਾਂ ਨੂੰ ਕਿ ਪ੍ਰੋਪਰ ਖਾਣਾ ਨਹੀਂ ਮਿਲਦਾ, ਅਤੇ ਅਨਪੜ੍ਹ ਲੋਕ। ਅਤੇ ਇਨਰਟ ਦਾ ਮਤਲਬ ਜੋ ਕਿ ਜ਼ਿਆਦਾ ਮੂਵ ਨਹੀਂ ਕਰਦੇ ਲੋਕ, ਜੋ ਜ਼ਿਆਦਾ ਇੱਧਰ ਉੱਧਰ ਜਾਣਾ ਆਉਣਾ ਪਸੰਦ ਨਹੀਂ ਕਰਦੇ। ਤਾਂ ਇਸ ਤਰ੍ਹਾਂ ਦੇ ਲੋਕਾਂ ਦੇ ਵਿੱਚੋਂ ਦੀ ਉਹ ਆਪਣੇ ਆਪ ਨੂੰ ਇੱਕ ਨੌਜਵਾਨ ਸਮਝਦੇ ਸੀਗੇ। Anand, who was deeply influenced by Marxism, used his novels to make broad attacks on various elements of India's social structure and the British rule in India. ਦੇ ਉੱਪਰ ਮਾਰਕਸਿਜ਼ਮ ਦਾ ਬਹੁਤ ਜ਼ਿਆਦਾ ਪ੍ਰਭਾਵ ਸੀ ਅਤੇ ਉਹਨਾਂ ਨੇ ਆਪਣੇ ਨਾਵਲਸ ਦੇ ਵਿੱਚ ਬਹੁਤ ਸਾਰੇ ਭਾਰਤ ਦੇ ਜਿਹੜੇ ਸੋਸ਼ਲ ਸਟਰਕਚਰ ਹੈ, ਸਮਾਜ ਦਾ ਤਾਣਾ ਬਾਣਾ ਹੈ, ਅਤੇ ਉਸ ਸਮੇਂ ਤਾਂ ਬ੍ਰਿਟਿਸ਼ ਰੂਲ ਵੀ ਸੀ ਸਾਡੇ ਇੰਡੀਆ 'ਤੇ, ਤਾਂ ਅੰਗਰੇਜ਼ ਲੋਕ ਰਾਜ ਕਰਦੇ ਸੀ। ਤਾਂ ਉਹਨਾਂ ਨੇ ਇਸ 'ਤੇ ਬਹੁਤ ਬਰੋਡ ਅਟੈਕ, ਵੱਡੇ ਪੱਧਰ 'ਤੇ ਹਮਲਾ ਕੀਤਾ ਇਹਨਾਂ ਚੀਜ਼ਾਂ ਦੇ ਪ੍ਰਤੀ। ਦਾ ਮਾਰਨਿੰਗ ਫੇਸ ਵੌਨ ਹਿਮ ਦਾ ਸਾਹਿਤਯ ਅਕੈਡਮੀ ਅਵਾਰਡ। 1968 ਦੇ ਵਿੱਚ ਉਹਨਾਂ ਨੇ ਆਪਣੀ ਇੱਕ ਰਚਨਾ ਦਾ ਮਾਰਨਿੰਗ ਫੇਸ ਲਿਖੀ ਅਤੇ ਇਸ ਵਰਕ ਦੇ ਲਈ ਉਹਨਾਂ ਨੂੰ ਸਾਹਿਤਯ ਅਕੈਡਮੀ ਅਵਾਰਡ ਵੀ ਮਿਲਿਆ। ਤਾਂ ਸਟੂਡੈਂਟਸ, ਮੈਂ ਦੱਸਣਾ ਚਾਹਾਂਗਾ ਕਿ ਮੁਲਕ ਰਾਜ ਆਨੰਦ ਜੀ ਨੇ ਇਸ ਤੋਂ ਇਲਾਵਾ ਕੁਝ ਨਾਵਲਸ ਵੀ ਲਿਖੇ ਨੇ, ਜਿਵੇਂ ਕਿ ਅਨਟੱਚੇਬਲ ਬਹੁਤ ਹੀ ਮਸ਼ਹੂਰ ਨਾਵਲ ਹੈ ਉਹਨਾਂ ਦਾ। ਅਤੇ ਇਸੇ ਤਰ੍ਹਾਂ ਇਹਨਾਂ ਦਾ ਇੱਕ ਨਾਵਲ ਹੈ ਟੂ ਲੀਵਸ ਐਂਡ ਅ ਬਡ। ਅਤੇ ਇਸੇ ਤਰ੍ਹਾਂ ਇੱਕ ਹੋਰ ਨਾਵਲ ਕੁਲੀ ਵੀ ਹੈ। ਇਹ ਇਹਨਾਂ ਦੇ ਨਾਵਲਸ ਬਹੁਤ ਹੀ ਜ਼ਿਆਦਾ ਪਪੂਲਰ ਹੋਏ ਸੀ। ਸਟੂਡੈਂਟਸ, ਮੈਂ +1 ਅਤੇ +2 ਕਲਾਸਿਸ ਦੇ ਜਨਰਲ ਇੰਗਲਿਸ਼ ਅਤੇ ਇਲੈਕਟਿਵ ਇੰਗਲਿਸ਼ ਦੇ ਬਹੁਤ ਸਾਰੇ ਵੀਡੀਓਜ਼ ਬਣਾਏ ਹੋਏ ਹਨ। ਇਹਨਾਂ ਵੀਡੀਓਜ਼ ਨੂੰ ਦੇਖਣ ਦੇ ਲਈ ਤੁਸੀਂ YouTube ਦੀ ਸਰਚ ਬਾਰ 'ਤੇ ਜਾ ਕੇ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਟਾਈਪ ਕਰੋ। ਰਿਜ਼ਲਟ ਵਿੱਚ ਆਈ ਪਹਿਲੀ ਸਾਈਟ 'ਤੇ ਦੀਪਕ ਸੂਦ 'ਤੇ ਜਾ ਕੇ ਕਲਿੱਕ ਕਰੋ। ਤਾਂ ਇਸ ਤਰ੍ਹਾਂ ਤੁਸੀਂ ਚੈਨਲ 'ਤੇ ਪਹੁੰਚ ਜਾਵੋਗੇ, ਜਿੱਥੇ ਤੁਸੀਂ ਵੀਡੀਓਜ਼ ਦਾ ਇੱਕ ਸੈਕਸ਼ਨ ਦੇਖੋਗੇ। ਵੀਡੀਓਜ਼ 'ਤੇ ਕਲਿੱਕ ਕਰੋ, ਤੁਹਾਨੂੰ
ਮੇਰੀਆਂ ਬਣਾਈਆਂ ਹੋਈਆਂ ਸਾਰੀਆਂ ਵੀਡੀਓਜ਼ ਤੁਹਾਨੂੰ ਮਿਲ ਜਾਣਗੀਆਂ। ਇਸ ਦੇ ਵਿੱਚ +1 +2 ਦੀਆਂ ਸਾਰੀਆਂ ਕਲਾਸਿਸ ਦੀਆਂ ਜੋ ਮੈਂ ਵੀਡੀਓਜ਼ ਬਣਾਈਆਂ ਹਨ ਉਹ ਸ਼ਾਮਿਲ ਹਨ। ਪਲੇਲਿਸਟ ਵਾਲੇ ਸੈਕਸ਼ਨ 'ਤੇ ਜਾ ਕੇ ਤੁਸੀਂ ਸਾਰੀਆਂ ਪਲੇਲਿਸਟ ਪ੍ਰਾਪਤ ਕਰ ਪਾਓਗੇ, ਜਿਵੇਂ ਕਿ ਕਲਾਸ 12 ਦੀ ਪਲੇਲਿਸਟ ਚੌਥੇ ਨੰਬਰ 'ਤੇ ਹੈ। ਇਸ 'ਤੇ ਤੁਸੀਂ ਜਾ ਕੇ ਜਦੋਂ ਵਿਊ ਫੁੱਲ ਪਲੇਲਿਸਟ ਕਰੋਗੇ ਤਾਂ ਤੁਹਾਨੂੰ ਕਲਾਸ 12 ਦੀਆਂ ਸਾਰੀਆਂ ਵੀਡੀਓਜ਼ ਮਿਲ ਜਾਣਗੀਆਂ। ਇਸੇ ਤਰ੍ਹਾਂ ਤੁਸੀਂ ਬਾਕੀ ਕਲਾਸ 11 ਉਹਨਾਂ ਦੀ ਪਲੇਲਿਸਟ 'ਤੇ ਜਾ ਕੇ ਸਾਰੀਆਂ ਵੀਡੀਓਜ਼ ਪ੍ਰਾਪਤ ਕਰ ਸਕਦੇ ਹੋ। ਅਤੇ ਇਸੇ ਤਰ੍ਹਾਂ ਮੈਂ ਕਲਾਸ 11 ਅਤੇ ਕਲਾਸ 12 ਦੀਆਂ ਗ੍ਰਾਮਰ ਦੀਆਂ ਵੀਡੀਓ ਲਿਸਟ ਬਣਾਈ ਹੋਈ ਹੈ, ਤਾਂ ਉਹ ਸਾਰੀਆਂ ਵੀਡੀਓਜ਼ ਤੁਹਾਨੂੰ ਪ੍ਰਾਪਤ ਹੋ ਜਾਣਗੀਆਂ। ਅਤੇ ਇੱਕ ਪਲੇਲਿਸਟ ਇੰਗਲਿਸ਼ ਇਲੈਕਟਿਵ ਕਲਾਸ 11 ਦੀ ਵੀ ਹੈ ਅਤੇ ਉਸ ਦੇ ਵਿੱਚ ਤੁਹਾਨੂੰ ਸਾਰੀਆਂ ਕਲਾਸ 11 ਦੀਆਂ ਪਲੇਲਿਸਟ ਪ੍ਰਾਪਤ ਹੋ ਜਾਣਗੀਆਂ। ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਇੱਕ ਵਾਰ ਤੁਸੀਂ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਚੈਨਲ 'ਤੇ ਜ਼ਰੂਰ ਵਿਜ਼ਿਟ ਕਰੋ। ਸਟੂਡੈਂਟਸ, ਸਟੋਰੀ ਸ਼ੁਰੂ ਕਰਦੇ ਹਾਂ। Among the makers of modern India, Chandu, the barber boy of our village, has a place which will be denied him unless I press for the recognition of his contribution to history. ਮੁਲਕ ਰਾਜ ਆਨੰਦ ਚੰਦੂ ਬਾਰੇ ਦੱਸਦੇ ਨੇ, ਜੋ ਕਿ ਬਾਰਬਰ ਬॉय ਹੈ ਆਫ ਆਵਰ ਵਿਲੇਜ, ਸਾਡੇ ਪਿੰਡ ਦਾ। ਬਾਰਬਰ ਬॉय ਦਾ ਮਤਲਬ ਹੈ ਕਿ ਉਹ ਨਾਈਆਂ ਦਾ ਮੁੰਡਾ ਹੈ ਜੀ। ਤੇ ਉਹ ਇਹ ਵੀ ਕਹਿੰਦਾ ਹੈ ਕਿ ਅਮੰਗ ਦਾ ਮੇਕਰਸ ਆਫ ਮਾਡਰਨ ਇੰਡੀਆ, ਜੋ ਕਿ ਭਾਰਤ ਦੇ ਜਿਹੜੇ ਬਣਾਉਣ ਵਾਲੇ ਨੇ, ਜੋ ਕਿ ਭਾਰਤ ਨੂੰ ਬਣਾਉਣ ਵਾਲਿਆਂ ਦੀ ਜੇਕਰ ਗੱਲ ਕਰੀਏ, ਉਹਨਾਂ ਵਿੱਚੋਂ ਇੱਕ ਚੰਦੂ ਹੈ। ਤੇ ਉਹ ਚੰਦੂ ਕੌਣ ਹੈ? ਬਾਰਬਰ ਬॉय ਹੈ ਜੀ, ਨਾਈਆਂ ਦਾ ਮੁੰਡਾ ਹੈ ਉਹਨਾਂ ਦੇ ਪਿੰਡ ਦਾ। ਉਸ ਦੀ ਇੱਕ ਥਾਂ ਇਹੀ ਅਮੰਗ ਦਾ ਮੇਕਰਸ ਆਫ ਮਾਡਰਨ ਇੰਡੀਆ ਦੇ ਵਿੱਚ ਹੈ, ਜਿਹੜੀ ਕਿ ਉਸ ਨੂੰ ਨਹੀਂ ਮਿਲੇਗੀ ਜੇਕਰ ਮੈਂ ਨਾ ਦੱਸਾਂ ਕਿ ਉਸ ਦੀ ਯੋਗਦਾਨ ਕੀ ਹੈ ਇਤਿਹਾਸ ਦੇ ਵਿੱਚ। ਤਾਂ ਜੇਕਰ ਮੈਂ ਉਸ ਦੀ ਯੋਗਦਾਨ ਦੇ ਬਾਰੇ ਨਾ ਦੱਸਾਂ ਤਾਂ ਫਿਰ ਮਾਡਰਨ ਇੰਡੀਆ ਦੇ ਜਿਹੜੇ ਮੇਕਰਸ ਨੇ ਉਹਨਾਂ ਦੇ ਵਿੱਚ ਚੰਦੂ ਦਾ ਨਾਮ ਸ਼ੁਮਾਰ ਨਹੀਂ ਹੋਏਗਾ। ਇੱਥੇ ਇਸ ਲਾਈਨ ਦਾ ਮਤਲਬ ਇਹ ਹੈ ਕਿ ਬਹੁਤ ਸਾਰੇ ਇਨਸਾਨਾਂ ਨੇ ਕੁਝ ਅਜਿਹਾ ਕੀਤਾ ਜਿਸ ਨਾਲ ਸਾਡਾ ਭਾਰਤ ਅਜੋਕਾ ਬਣਿਆ ਅਤੇ ਉਹਦੇ ਵਿੱਚੋਂ ਚੰਦੂ ਵੀ ਇੱਕ ਹੈ। ਅਤੇ ਜੇਕਰ ਮੈਂ ਚੰਦੂ ਦੀ ਗੱਲ ਨਾ ਕਰਾਂ ਤਾਂ ਚੰਦੂ ਦਾ ਨਾਮ ਇਹਨਾਂ ਮਹਾਨ ਇਨਸਾਨਾਂ ਦੇ ਨਾਮ ਦੇ ਵਿੱਚ ਸ਼ਾਮਿਲ ਨਹੀਂ ਹੋਏਗਾ। Chandu's peculiar claim to recognition rested, to tell the truth, on an exploit of which he did not know the full significance. ਤਾਂ ਚੰਦੂ ਦੀ ਜਿਹੜੀ ਇਹ ਖਾਸ ਪਛਾਣ ਹੈ, ਜੋ ਕਿ ਮੈਂ ਪਹਿਲਾਂ ਦੱਸੀ ਹੈ ਕਿ ਉਸਦਾ ਇੱਕ ਨਾਮ ਹੈ ਮੇਕਰਸ ਆਫ ਇੰਡੀਆ ਦੇ ਵਿੱਚ, ਉਹ ਇਸ ਗੱਲ ਤੇ ਰੈਸਟ ਕਰਦੀ ਹੈ, ਇਸ ਗੱਲ ਤੇ ਟਿਕੀ ਹੋਈ ਹੈ, ਜੇਕਰ ਮੈਂ ਸੱਚ ਬੋਲਾਂ, ਟੂ ਟੈਲ ਦਾ ਟਰੂਥ, ਜੇਕਰ ਮੈਂ ਸੱਚ ਬੋਲਾਂ ਤਾਂ ਉਸਨੇ ਇੱਕ ਖਾਸ ਕੰਮ ਕੀਤਾ ਸੀ, ਐਕਸਪਲੋਇਟ। ਨੋ ਐਕਸਪਲੋਇਟ ਦੇ ਉੱਪਰ ਬੇਟਾ 1 ਨੰਬਰ ਪਿਆ, ਇਹਦਾ ਮਤਲਬ ਇਹ ਗਲੋਸਰੀ ਦੇ ਵਿੱਚ ਸ਼ਾਮਿਲ ਹੈ। ਤਾਂ ਮੈਂ ਤੁਹਾਡੀ ਜਾਣਕਾਰੀ ਦੇ ਲਈ, ਤਾਂ ਕਿ ਤੁਹਾਨੂੰ ਗਲੋਸਰੀ ਦੇ ਸਾਰੇ ਟਰਮਸ ਨਾਲੋਂ ਨਾਲ ਕਲੀਅਰ ਹੋ ਜਾਣ, ਤਾਂ ਮੈਂ ਗਲੋਸਰੀ ਦੇ ਸਾਰੇ ਵਰਡਸ ਨਾਲ ਲਿਖੇ ਨੇ। ਤਾਂ ਜਿਵੇਂ ਨੰਬਰ 1 ਤੇ ਐਕਸਪਲੋਇਟ ਹੈ, ਤਾਂ ਇੱਥੇ ਐਕਸਪਲੋਇਟ ਦਾ ਮਤਲਬ ਗਲੋਸਰੀ 'ਚ ਇਹ ਲਿਖਿਆ ਹੋਇਆ ਹੈ ਕਿ ਅ ਬਰੇਵ, ਐਕਸਾਈਟਿੰਗ ਔਰ ਇੰਟਰਸਟਿੰਗ ਐਕਟ, ਕਿ ਕੋਈ ਬਹਾਦਰੀ ਦਾ ਕੰਮ, ਕੋਈ ਜੋਸ਼ੀਲਾ ਕੰਮ, ਕੋਈ ਰੋਚਕ ਕੰਮ ਜੋ ਹੋਵੇ, ਅਸੀਂ ਉਸ ਨੂੰ ਐਕਸਪਲੋਇਟ ਕਹਿੰਦੇ ਹਾਂ। ਤਾਂ ਇਹ ਕੰਮ ਕਿਹਨੇ ਕੀਤਾ ਸੀ ਜੀ? ਚੰਦੂ ਨੇ ਕੀਤਾ ਸੀ। ਹਾਲਾਂਕਿ ਉਸ ਨੂੰ ਇਸ ਦੇ ਖਾਸੀਅਤ ਦਾ ਪਤਾ ਨਹੀਂ ਸੀ, ਉਸ ਨੇ ਇਹ ਕੰਮ ਕਰਤਾ, ਲੇਕਿਨ ਉਸ ਦੇ ਕੀ ਸਿੱਟੇ ਹੋਣਗੇ ਉਹਦਾ ਉਸ ਨੂੰ ਪਤਾ ਨਹੀਂ ਸੀ। But then, unlike most great men of India today, he had no very exaggerated notion of his own importance. ਪਰ ਫਿਰ ਜਿਵੇਂ ਕਿ ਮਹਾਨ ਇਨਸਾਨ ਹੁੰਦੇ ਨੇ ਸਾਡੇ ਭਾਰਤ ਦੇ, ਅਜੋਕੇ ਮਹਾਨ ਇਨਸਾਨ ਨੇ, ਇਸ ਤਰ੍ਹਾਂ ਦਾ ਨਾ ਹੋ ਕੇ ਉਸ ਨੂੰ ਆਪਣੀ ਇੰਪੋਰਟੈਂਸ ਦੇ ਬਾਰੇ ਕੋਈ ਜ਼ਿਆਦਾ ਐਗਜ਼ੈਜਰੇਟਿਡ ਨੋਸ਼ਨ ਨਹੀਂ ਸੀ। ਨਾ ਨੋਸ਼ਨ ਦਾ ਮਤਲਬ ਪਹਿਲਾਂ ਆਪਾਂ ਦੇਖ ਲੈਂਦੇ ਹਾਂ। ਤਾਂ ਗਲੋਸਰੀ ਦੇ ਵਿੱਚ ਨੋਸ਼ਨ ਦਾ ਮਤਲਬ ਦਿੱਤਾ ਹੋਇਆ ਆਈਡੀਆ, ਬਿਲੀਫ ਔਰ ਐਨ ਅੰਡਰਸਟੈਂਡਿੰਗ ਆਫ ਸਮਥਿੰਗ, ਕਿ ਕੋਈ ਵਿਚਾਰ ਜਾਂ ਕੋਈ ਵਿਸ਼ਵਾਸ ਜੋ ਕਿ ਕਿਸੇ ਦਾ ਹੁੰਦਾ ਹੈ, ਉਸ ਨੂੰ ਅਸੀਂ ਨੋਸ਼ਨ ਕਹਿੰਦੇ ਹਾਂ। ਤਾਂ ਇੱਥੇ ਚੰਦੂ ਦੇ ਬਾਰੇ ਕਿਹਾ ਹੋਇਆ ਹੈ ਕਿ ਉਸ ਨੂੰ ਕੋਈ ਐਗਜ਼ੈਜਰੇਟਿਡ ਨੋਸ਼ਨ ਨਹੀਂ ਸੀ। ਨਾ ਉਹ ਐਗਜ਼ੈਜਰੇਟਿਡ ਦਾ ਮਤਲਬ ਹੁੰਦਾ ਵਧਾ ਚੜਾ ਕੇ, ਯਾਨੀ ਕਿ ਉਸ ਨੂੰ ਆਪਣੇ ਜੋ ਵੀ ਉਸਨੇ ਕਾਰਨਾਮਾ ਕਰਿਆ ਸੀ ਉਸ ਦੇ ਬਾਰੇ ਉਸਨੇ ਕੋਈ ਵਧਾ ਚੜਾ ਕੇ ਕਦੇ ਗੱਲ ਨਹੀਂ ਕੀਤੀ। ਹਾਲਾਂਕਿ ਜਿਹੜੇ ਮਹਾਨ ਇਨਸਾਨ ਆਫ ਇੰਡੀਆ ਦੇ ਨੇ ਉਹ ਇਸ ਤਰ੍ਹਾਂ ਕਰਦੇ ਨੇ, ਕਿਉਂਕਿ ਇੱਥੇ ਅਨਲਾਈਕ ਲੱਗਿਆ ਹੋਇਆ ਹੈ। ਅਨਲਾਈਕ ਦਾ ਮਤਲਬ ਇਹ ਹੈ ਕਿ ਉਹ ਇਸ ਤਰ੍ਹਾਂ ਦਾ ਨਹੀਂ ਸੀ ਵੀ ਜਿਹੜੇ ਵਧਾ ਚੜਾ ਕੇ ਆਪਣੇ ਬਖਾਨ ਕਰਦੇ ਹੋਣ ਕਿ ਦੇਖੋ ਜੀ ਸਾਨੇ ਆ ਬਹੁਤ ਸਾਰਾ ਵੱਡਾ ਕੰਮ ਕਰਿਆ। Though he shared with them a certain native egotism which was sometimes disconcerting and sometimes rather charming. ਹਾਲਾਂਕਿ ਉਹ ਇਹਨਾਂ ਸਾਰੇ ਜੋ ਗ੍ਰੇਟ ਮੈਨ ਆਫ ਇੰਡੀਆ ਨੇ ਉਹਨਾਂ ਦੇ ਨਾਲ ਇਹ ਸ਼ੇਅਰ ਕਰਦਾ ਹੈ ਇੱਕ ਖਾਸ ਨੇਟਿਵ ਈਗੋਟਿਜ਼ਮ। ਨਾ ਈਗੋਟਿਜ਼ਮ ਦਾ ਮਤਲਬ ਹੁੰਦਾ ਜਦੋਂ ਆਪਣੇ ਬਾਰੇ ਆਪਣਾ ਵਿਚਾਰ ਕੋਈ ਜ਼ਿਆਦਾ ਅੱਛਾ ਹੋਵੇ ਕਿ ਮੈਂ ਇਸ ਤਰ੍ਹਾਂ ਦਾ ਹੈ ਨਾ, ਆਪਾਂ ਕਹਿ ਦਿੰਦੇ ਹਾਂ, ਤਾਂ ਉਸ ਨੂੰ ਆਪਾਂ ਈਗੋਟਿਜ਼ਮ ਕਹਿੰਦੇ ਹਾਂ। ਤਾਂ ਇਸ ਤਰ੍ਹਾਂ ਦਾ ਵਿਚਾਰ ਉਹਦੇ ਮਨ 'ਚ ਸੀ, ਜਿਵੇਂ ਕਿ ਮਹਾਨ ਇਨਸਾਨਾਂ ਦਾ ਵਿਸ਼ਵਾਸ ਹੁੰਦਾ ਆਪਣੇ ਬਾਰੇ, ਤਾਂ ਉਹਨੂੰ ਆਪਣੇ ਬਾਰੇ ਵੀ ਸੀ। ਹਾਲਾਂਕਿ ਇਹ ਜਿਹੜਾ ਵਿਚਾਰ ਉਸ ਦੇ ਮਨ 'ਚ ਸੀ ਇਹ ਕਦੇ ਕਦੇ ਡਿਸਕਨਸਰਟਿੰਗ ਹੁੰਦਾ ਸੀ। ਨਾ ਡਿਸਕਨਸਰਟਿੰਗ ਦਾ ਮਤਲਬ ਹੁੰਦਾ ਡਿਸਟਰਬਿੰਗ,
ਵੀ ਕਦੇ-ਕਦੇ ਤਾਂ ਸਾਨੂੰ ਇਹ ਡਿਸਟਰਬ ਕਰਦਾ ਸੀ, ਦੁਖੀ ਕਰਦਾ ਸੀ, ਪਰ ਕਦੇ-ਕਦੇ ਇਹ ਚਾਰਮਿੰਗ ਵੀ ਸੀ, ਸਾਨੂੰ ਖੁਸ਼ੀ ਵੀ ਮਿਲਦੀ ਸੀ। ਮਤਲਬ ਉਹਦੇ ਵਿੱਚ ਜਿਹੜੀ ਥੋੜ੍ਹੀ ਜਿਹੀ ਈਗੋਟਿਜ਼ਮ ਸੀ, ਉਹਦੇ ਕਰਕੇ ਕਦੇ-ਕਦੇ ਉਹ ਡਿਸਟਰਬਿੰਗ ਤਾਂ ਜ਼ਰੂਰ ਹੋ ਜਾਂਦਾ ਸੀ, ਲੇਕਿਨ ਉਹ ਚਾਰਮਿੰਗ ਵੀ ਹੁੰਦਾ ਸੀ। ਤਾਂ ਇਸ ਪੈਰੇ ਦੇ ਵਿੱਚ ਸਟੂਡੈਂਟਸ ਚੰਦੂ ਦੇ ਬਾਰੇ ਲੇਖਕ ਨੇ ਦੱਸਿਆ। ਚੰਦੂ ਜੋ ਕਿ ਉਹਨਾਂ ਦੇ ਪਿੰਡ ਦਾ ਹੀ ਇੱਕ ਨਾਈਆਂ ਦਾ ਮੁੰਡਾ ਹੈ, ਉਸਨੇ ਕੋਈ ਅਜਿਹਾ ਕੰਮ ਕੀਤਾ ਹੈ ਜਿਸ ਨਾਲ ਕੁਛ ਚੇਂਜ ਆਇਆ। ਜਿਵੇਂ ਸਾਡੇ ਭਾਰਤ ਦੇ ਵਿੱਚ ਚੇਂਜਿਸ ਆਏ ਆ, ਪੁਰਾਤਨ ਭਾਰਤ ਤੋਂ ਅਜੋਕਾ ਭਾਰਤ ਮਾਡਰਨ ਇੰਡੀਆ ਬਣ ਗਿਆ, ਤਾਂ ਉਸਨੇ ਵੀ ਕੁਛ ਅਜਿਹਾ ਕੰਮ ਕੀਤਾ ਹੈ ਜਿਸ ਨਾਲ ਕਿ ਮਾਡਰਨ ਇੰਡੀਆ ਦੀ ਤਸਵੀਰ ਬਦਲੀ ਹੈ। ਤਾਂ ਪਹਿਲੇ ਪੈਰੇ ਤੋਂ ਹੀ ਇੱਕ ਮਨ ਦੇ ਵਿੱਚ ਜਿਗਿਆਸਾ ਪੈਦਾ ਹੋ ਜਾਂਦੀ ਹੈ ਕਿ ਚੰਦੂ ਨੇ ਅਜਿਹਾ ਕੀ ਕੰਮ ਕੀਤਾ ਸੀ। ਤਾਂ ਇਹ ਸਾਰੀ ਸਟੋਰੀ ਹੀ ਚੰਦੂ ਬਾਰੇ ਹੈ। ਚੰਦੂ ਇਸ ਕਹਾਣੀ ਦਾ ਮੁੱਖ ਪਾਤਰ ਹੈ, ਮੇਨ ਕਰੈਕਟਰ ਹੈ। ਹਾਲਾਂਕਿ ਇਸ ਕਹਾਣੀ ਦੇ ਦੋ ਮੁੱਖ ਪਾਤਰ ਚੰਦੂ ਤੇ ਰਾਈਟਰ ਖੁਦ ਹੈ, ਲੇਕਿਨ ਮੇਨ ਮੁੱਖ ਪਾਤਰ ਚੰਦੂ ਹੀ ਹੈ, ਜਿਸ ਦੇ ਬਾਰੇ ਸਾਨੂੰ ਆਉਣ ਵਾਲੀ ਸਟੋਰੀ ਦੇ ਵਿੱਚ ਪਤਾ ਲੱਗੇਗਾ। I knew Chandu ever since the days when he wore a piece of rag in the middle of his naked, distended, bellied body। ਕਹਿੰਦੇ ਮੈਂ ਚੰਦੂ ਨੂੰ ਉਹਨਾਂ ਦਿਨਾਂ ਤੋਂ ਜਾਣਦਾ ਹਾਂ ਜਦੋਂ ਉਹ ਪਹਿਨਦਾ ਸੀਗਾ ਇੱਕ ਫਟਿਆ ਪੁਰਾਣਾ ਕੱਪੜਾ ਜਿਹਾ ਪਹਿਨਦਾ ਸੀਗਾ ਆਪਣੀ ਨੰਗੀ ਡਿਸਟੈਂਡਡ ਬੈਲਿਡ ਬੋਡੀ ਤੇ। ਨਾਓ ਡਿਸਟੈਂਡਡ ਬੈਲਿਡ ਬੋਡੀ ਦੇ ਉੱਪਰ 3 ਨੰਬਰ ਹੈ, ਤਾਂ ਆਪਾਂ ਗਲੋਸਰੀ ਦੇ ਵਿੱਚ ਦੇਖ ਲੈਂਦੇ ਹਾਂ। ਤਾਂ ਡਿਸਟੈਂਡਡ ਬੈਲਿਡ ਬੋਡੀ ਦਾ ਮਤਲਬ ਬੋਡੀ ਵਿਦ ਸਵੋਲਨ ਸਟਮਕ। ਮੰਨ ਲਓ ਕਿਸ ਦਾ ਢਿੱਡ ਬਾਹਰ ਨੂੰ ਆਇਆ ਹੋਵੇ ਤਾਂ ਅਸੀਂ ਉਸ ਨੂੰ ਕਹਿੰਦੇ ਹਾਂ ਜੀ ਡਿਸਟੈਂਡਡ ਬੈਲਿਡ ਬੋਡੀ। ਤਾਂ ਚੰਦੂ ਥੋੜ੍ਹਾ ਮੋਟਾ ਹੋਣਾ, ਉਸਦਾ ਢਿੱਡ ਬਾਹਰ ਨੂੰ ਆਇਆ ਹੋਇਆ ਸੀ, ਤਾਂ ਉਸਨੇ ਜਿਹੜਾ ਉੱਪਰ ਉਸ 'ਤੇ ਕੱਪੜਾ ਪਾਇਆ ਹੋਇਆ ਸੀ ਆਪਣੇ ਢਿੱਡ 'ਤੇ, ਉਹ ਫਟਿਆ ਪੁਰਾਣਾ, ਰੈਗ ਦਾ ਮਤਲਬ ਉਸਨੇ ਫਟਿਆ ਪੁਰਾਣਾ ਕੱਪੜਾ ਪਾਇਆ ਹੋਇਆ ਸੀ, ਅਤੇ ਇਸ ਕਰਕੇ ਉਹਦਾ ਢਿੱਡ ਨੰਗਾ ਹੀ ਨਜ਼ਰ ਆਉਂਦਾ ਸੀ। ਤਾਂ ਇੱਥੇ ਇਸ ਲਾਈਨ ਦਾ ਮਤਲਬ ਹੈ ਉਹਨਾਂ ਦਿਨਾਂ ਤੋਂ ਰਾਈਟਰ ਚੰਦੂ ਨੂੰ ਜਾਣਦਾ ਹੈ। ਐਂਡ ਵੈਨ ਵੀ ਵੈਲੋਡ ਟੂਗੈਦਰ ਇਨ ਦਾ ਮਾਇਰ ਆਫ ਦਾ ਵਿਲੇਜ ਲੇਨਸ, ਉਹਨਾਂ ਦਿਨਾਂ ਤੋਂ ਵੀ ਜਾਣਦਾ ਹੈ ਜਦੋਂ ਅਸੀਂ, ਇੱਥੇ ਵੀ ਦਾ ਮਤਲਬ ਚੰਦੂ ਤੇ ਰਾਈਟਰ ਦੋਨੋਂ ਹੋਗੇ। ਤਾਂ ਵੈਲੋਡ ਦਾ ਮਤਲਬ ਇੱਥੇ ਦੇਖੋ ਗਲੋਸਰੀ 'ਚ ਲਿਖਿਆ ਟੂ ਰੋਲ ਵਨ ਸੈਲਫ ਅਬਾਊਟ, ਜਦੋਂ ਆਪਾਂ ਲੇਟਦੇ ਹਾਂ ਉਹਨੂੰ ਆਪਾਂ ਵੈਲੋ ਕਹਿੰਦੇ ਹਾਂ। ਤਾਂ ਇਹ ਦੋਨੇ ਜਣੇ ਕਿੱਥੇ ਲੇਟਦੇ ਸੀ? ਟੂਗੈਦਰ ਇਨ ਦਾ ਮਾਇਰ ਆਫ ਦਾ ਵਿਲੇਜ ਲੇਨਸ। ਤਾਂ ਪਿੰਡ ਦੀ ਜਿਹੜੀ ਲੇਨ ਹੈ, ਪਿੰਡ ਦੀ ਸੜਕ ਦੇ ਉੱਪਰ ਜਿਹੜੀ ਮਾਇਰ ਦਾ ਮਤਲਬ 5th ਨੰਬਰ 'ਤੇ ਹੈ, ਗਲੋਸਰੀ ਦੇਖ ਲੈਂਦੇ ਹਾਂ, ਡੀਪ ਮਡ। ਤਾਂ ਜਿਹੜਾ ਚਿੱਕੜ ਹੋ ਜਾਂਦਾ ਹੈ ਬਾਰਿਸ਼ ਤੋਂ ਬਾਅਦ, ਤਾਂ ਉਸ ਚਿੱਕੜ ਦੇ ਵਿੱਚ ਇਹ ਜਦੋਂ ਇਕੱਠੇ ਲੇਟੀਆਂ ਮਾਰਦੇ ਸੀਗੇ, ਉਹਨਾਂ ਦਿਨਾਂ ਤੋਂ ਚੰਦੂ ਨੂੰ ਜਾਣਦਾ ਹੈ ਰਾਈਟਰ। ਅਤੇ ਉੱਥੇ ਕੀ ਕਰਦੇ ਸੀ? ਪਲੇਇੰਗ ਐਟ ਸੋਲਜਰਿੰਗ, ਸ਼ੌਪਕੀਪਿੰਗ ਔਰ ਕਲਰਕਿੰਗ and other little games which we intended for the delectation of our two selves and of our mothers, who alone of all the elders condescended to notice us। ਕਹਿੰਦੇ ਉੱਥੇ ਲੇਟਦੇ ਅਸੀਂ ਕੀ ਕਰਦੇ ਸੀ? ਅਸੀਂ ਕਈ ਤਰ੍ਹਾਂ ਦੀਆਂ ਗੇਮਾਂ ਖੇਡਦੇ ਸੀ। ਇੱਥੇ ਹੁਣ ਉਹਨਾਂ ਗੇਮਸ ਦਾ ਨਾਮ ਵੀ ਲਿਖਿਆ ਹੋਇਆ ਹੈ, ਸੋਲਡਰਿੰਗ, ਸ਼ੌਪਕੀਪਿੰਗ, ਕਲਰਕਿੰਗ ਅਤੇ ਹੋਰ ਛੋਟੀਆਂ-ਛੋਟੀਆਂ ਗੇਮਾਂ। ਬੱਚੇ ਖੇਡਦੇ ਆ ਨਾ, ਬੱਚੇ ਜਦੋਂ ਛੋਟੇ ਹੁੰਦੇ ਆ ਤਾਂ ਫਿਰ ਉਹ ਮਿੱਟੀ 'ਚ ਵੀ ਖੇਡਦੇ ਆ, ਤਾਂ ਫਿਰ ਉਹ ਗੇਮਸ ਦੇ ਨਾਮ ਰੱਖ ਲੈਂਦੇ, ਅਤੇ ਇਹਨਾਂ ਨੇ ਵੀ ਗੇਮਾਂ ਦੇ ਨਾਂ ਰੱਖੇ ਹੋਏ ਸੀ। ਅੱਛਾ, ਇਹਨਾਂ ਨੇ ਗੇਮਾਂ ਆਪ ਹੀ ਇਨਵੈਂਟ ਕੀਤੀਆਂ ਹੋਈਆਂ ਸੀ। ਇਨਵੈਂਟ ਦਾ ਮਤਲਬ ਇਜਾਦ ਕੀਤੀਆਂ ਹੋਈਆਂ ਸੀ। ਕਾਹਦੇ ਲਈ? ਫॉर ਦੀ ਡੈਲੈਕਟੇਸ਼ਨ। ਨਾਓ ਡੈਲੈਕਟੇਸ਼ਨ ਦਾ ਮਤਲਬ 6 ਨੰਬਰ 'ਤੇ ਲਿਖਿਆ ਹੋਇਆ ਜੀ, ਇੰਜੋਇਮੈਂਟ ਔਰ ਇੰਟਰਟੇਨਮੈਂਟ। ਜਦੋਂ ਆਪਾਂ ਇੰਜੋਇਮੈਂਟ ਕਰਦੇ ਹਾਂ ਅਤੇ ਆਪਣਾ ਮਨ ਪਰਚਾਵਾ ਕਰਦੇ ਹਾਂ, ਉਹਨੂੰ ਆਪਾਂ ਡੈਲੈਕਟੇਸ਼ਨ ਕਹਿੰਦੇ ਹਾਂ। ਤਾਂ ਟੂ ਸੈਲਵਸ ਇੱਥੇ ਕਿਹਨੂੰ ਕਿਹਾ ਗਿਆ? ਇੱਕ ਚੰਦੂ ਅਤੇ ਇੱਕ ਰਾਈਟਰ। ਤਾਂ ਦੋਨੇ ਜਣੇ ਆਪਣਾ ਮਨ ਪਰਚਾਵਾ ਕਰਦੇ ਸੀ। ਪਿੰਡ ਦੇ ਜਿਹੜੇ ਐਲਡਰ ਸੀਗੇ ਉਹ ਸਾਨੂੰ ਆ ਕੇ ਨੋਟਿਸ ਕਰਦੇ ਸੀਗੇ। ਨਾ ਇੱਥੇ ਕੌਂਡੀਸੈਂਡਡ ਦਾ ਮਤਲਬ ਆਪਾਂ ਦੇਖ ਲੈਂਦੇ ਹਾਂ ਜੀ, ਗਲੋਸਰੀ 'ਚ ਲਿਖਿਆ ਹੋਇਆ, ਕੇਮ ਡਾਊਨ ਫਰੋਮ ਵਨਸ ਸੁਪੀਰੀਅਰ ਪੋਜੀਸ਼ਨ। ਕੌਂਡੀਸੈਂਡਡ ਦਾ ਮਤਲਬ ਹੁੰਦਾ ਜਦੋਂ ਆਪਾਂ ਆਪਣਾ ਉੱਚਾ ਰੁਤਬਾ ਛੱਡ ਕੇ ਥੋੜ੍ਹੇ ਜਿਹੇ ਨੀਵੇਂ ਹੋਈਏ, ਉਹਨੂੰ ਕਹਿੰਦੇ। ਤਾਂ ਇਸ ਤਰ੍ਹਾਂ ਸਾਡੀਆਂ ਮਦਰਸ ਵੀ ਸਾਨੂੰ ਖੇਡਦੇ ਦੇਖਦੀਆਂ ਸੀਗੀਆਂ, ਤਾਂ ਅਸੀਂ ਉਹਨਾਂ ਦਾ ਵੀ ਮਨ ਪਰਚਾਵਾ ਕਰਦੇ ਸੀਗੇ ਅਤੇ ਆਪਣਾ ਵੀ ਮਨ ਪਰਚਾਵਾ ਕਰਦੇ ਸੀ। ਹਾਲਾਂਕਿ ਬਾਕੀ ਲੋਕ ਇਸ ਤਰ੍ਹਾਂ ਨਹੀਂ ਸੋਚਦੇ ਸੀਗੇ। ਤਾਂ ਇਸ ਪੈਰੇ ਦੇ ਵਿੱਚ ਸਟੂਡੈਂਟਸ ਇਹ ਦੱਸਿਆ ਹੋਇਆ ਹੈ ਕਿ ਬਚਪਨ ਤੋਂ ਹੀ ਚੰਦੂ ਅਤੇ ਰਾਈਟਰ ਅੱਛੇ ਫਰੈਂਡ ਸੀਗੇ, ਇਕੱਠੇ ਖੇਲਦੇ ਸੀ, ਮਨ ਪਰਚਾਵਾ ਕਰਦੇ ਸੀ। ਚੰਦੂ ਵਾਜ਼ ਮਾਈ ਸੀਨੀਅਰ ਬਾਈ ਅਬਾਊਟ 6 ਮੰਥ। ਤਾਂ ਚੰਦੂ ਮੇਰੇ ਤੋਂ 6 ਮਹੀਨੇ ਵੱਡਾ ਸੀ ਜੀ, ਸੀਨੀਅਰ ਦਾ ਮਤਲਬ ਵੱਡਾ ਸੀ। ਐਂਡ ਹੀ ਆਲਵੇਜ਼ ਟੁੱਕ ਦਾ ਲੀਡ ਇਨ ਆਲ ਮੈਟਰਸ। ਅਤੇ ਉਹ ਹਮੇਸ਼ਾ ਹਰ ਮਾਮਲੇ ਦੇ ਵਿੱਚ ਮੇਰੀ ਅਗਵਾਈ ਕਰਦਾ ਸੀ, ਮਤਲਬ ਅੱਗੇ ਰਹਿੰਦਾ ਸੀ। ਇਹਨਾਂ ਨੇ ਕੋਈ ਵੀ ਕੰਮ ਕਰਨਾ ਹੁੰਦਾ ਸੀ ਤਾਂ ਚੰਦੂ ਹਮੇਸ਼ਾ ਲੀਡ ਕਰਦਾ ਵੀ ਆਪਾਂ ਐਂ ਕਰਨਾ, ਇਸ ਤਰ੍ਹਾਂ ਕਰਨਾ। ਐਂਡ ਆਈ ਵਿਲਿੰਗਲੀ ਫੋਲੋਡ, ਅਤੇ ਮੈਂ ਮਨ ਦੇ ਨਾਲ ਉਸ ਨੂੰ ਫੋਲੋ ਕਰਦਾ ਸੀ। ਮਤਲਬ ਕਿ ਰਾਈਟਰ ਨੂੰ ਵਿਸ਼ਵਾਸ ਹੁੰਦਾ ਸੀ ਕਿ ਚੰਦੂ ਜਿਵੇਂ ਕਹੂਗਾ ਉਹ ਸਹੀ ਹੋਊਗਾ, ਅਤੇ ਉਸ ਨੂੰ ਫੋਲੋ ਕਰਦਾ ਸੀ। ਬਿਕੋਜ਼ ਟਰੂਲੀ ਹੀ ਵਾਜ਼ ਅ ਜੀਨੀਅਸ ਐਟ ਕੈਚਿੰਗ ਵਾਸਪਸ ਐਂਡ ਐਟ ਪ੍ਰੈਸਿੰਗ ਦੀ ਪੋਇਜ਼ਨ ਆਊਟ ਆਫ ਦੇਅਰ ਟੇਲਸ। ਕਹਿੰਦੇ ਉਹ ਇੱਕ ਜੀਨੀਅਸ ਸੀਗਾ ਨਾ। ਜੀਨੀਅਸ ਮਤਲਬ ਬਹੁਤ ਹੀ ਇੰਟੈਲੀਜੈਂਟ ਪਰਸਨ, ਬਹੁਤ ਹੀ ਪ੍ਰਤਿਭਾਸ਼ਾਲੀ ਪਰਸਨ, ਆਪਾਂ ਉਹਨੂੰ ਜੀਨੀਅਸ ਕਹਿੰਦੇ ਹਾਂ, ਹੈ ਨਾ। ਉਹ ਇੱਕ ਕੰਮ ਦੇ ਵਿੱਚ ਬੜਾ ਜੀਨੀਅਸ ਸੀ, ਕੈਚਿੰਗ ਵਾਸਪ, ਭਰਿੰਡਾਂ ਫੜਨ 'ਚ ਉਹ ਬੜਾ ਜੀਨੀਅਸ ਸੀਗਾ। ਅਤੇ ਫਿਰ ਕੀ ਕਰਦਾ ਸੀਗਾ? ਭਰਿੰਡ ਫੜ ਕੇ ਉਹਦੀ ਟੇਲ ਦੇ ਵਿੱਚੋਂ, ਉਹਦੀ ਪੂੰਛ 'ਚੋਂ ਪੋਇਜ਼ਨ ਵੀ ਕੱਢ ਦਿੰਦਾ ਸੀ। ਇਹੋ ਜਿਹਾ ਸੀਗਾ ਦੇਖੋ ਚੰਦੂ। ਐਟ ਟਾਈਂਗ ਦੇਅਰ ਟਾਈਨੀ ਲੈਗਸ ਟੂ ਕਾਟਨ ਥ੍ਰੈਡ ਐਂਡ ਫਲਾਈਂਗ ਦੈਮ। ਫਿਰ ਕੀ ਕਰਦਾ ਸੀ?
ਭਿੰਡਾਂ ਦੀ ਟੇਲ ਦੇ ਵਿੱਚੋਂ ਪੋਇਜ਼ਨ ਕੱਢ ਕੇ ਉਹ ਉਹਨਾਂ ਦੀਆਂ ਜਿਹੜੀਆਂ ਛੋਟੀਆਂ-ਛੋਟੀਆਂ ਲੱਤਾਂ ਸੀਗੀਆਂ ਉਹਨਾਂ ਨੂੰ ਬੰਨ੍ਹ ਦਿੰਦਾ ਇੱਕ ਕਾਟਨ ਥ੍ਰੈਡ ਦੇ ਨਾਲ, ਇੱਕ ਕਾਟਨ ਦੇ ਧਾਗੇ ਜਿਹਦੇ ਨਾਲ ਉਸ ਦੀਆਂ ਲੱਤਾਂ ਉਹਨਾਂ ਦੀਆਂ ਭਰਿੰਡਾਂ ਦੀਆਂ ਲੱਤਾਂ ਬੰਨ੍ਹ ਲੈਂਦਾ ਅਤੇ ਫਿਰ ਉਹਨਾਂ ਨੂੰ ਉਡਾਉਂਦਾ। While I always got stung on the cheeks if I dared to go anywhere near the platform of the village well where these insects settled on the puddles to drink water। ਜਦੋਂ ਮੈਂ ਇਹ ਕੰਮ ਕਰਨ ਦੀ ਕੋਸ਼ਿਸ਼ ਕਰਦਾ, ਹੁਣ ਉਹ ਜੀਨੀਅਸ ਕਿਉਂ ਕਹਿ ਰਿਹਾ ਹੈ ਚੰਦੂ ਨੂੰ ਕਿ ਜਦੋਂ ਮੈਂ ਇਹੀ ਕੰਮ ਕਰਨ ਦੀ ਕੋਸ਼ਿਸ਼ ਕਰਦਾ ਤਾਂ ਮੇਰੇ ਹਮੇਸ਼ਾ ਡੰਗ ਲੱਗ ਜਾਂਦਾ। ਗॉट ਸਟੰਗ, ਮੇਰੇ ਡੰਗ ਲੱਗਦਾ ਭਰਿੰਡਾਂ ਦਾ। ਕਿੱਥੇ? ਔਨ ਦਾ ਚੀਕਸ, ਗੱਲਾਂ 'ਤੇ ਲੱਗ ਜਾਂਦਾ ਮੇਰੇ। ਜੇਕਰ ਮੈਂ ਕੋਸ਼ਿਸ਼ ਕਰਦਾ ਨੇੜੇ ਜਾਣ ਦੀ, ਕਿੱਥੇ? ਵਿਲੇਜ ਦੇ ਖੂਹ ਦੇ ਪਲੇਟਫਾਰਮ ਦੇ ਨੇੜੇ ਜਾਣ ਦੀ ਕੋਸ਼ਿਸ਼ ਕਰਦਾ। ਕਿਉਂ? ਕਿਉਂਕਿ ਉੱਥੇ ਜਿਹੜੇ ਇਹ ਇਨਸੈਕਟ ਸੀਗੇ, ਜੀਵ ਸੀਗੇ, ਭਰਿੰਡਾਂ ਸੀਗੀਆਂ, ਇਹਨਾਂ ਨੇ ਉੱਥੇ ਪਾਣੀ ਪੀਣਾ ਹੁੰਦਾ ਸੀ। ਤਾਂ ਪਡਲਸ ਹੁੰਦੇ ਆ ਬੇਟਾ, ਜਿਵੇਂ ਆਪਾਂ ਖੂਹ ਦੇ ਨੇੜੇ ਤੁਹਾਨੂੰ ਪਤਾ ਮਾੜਾ ਮੋਟਾ ਪਾਣੀ ਡੁੱਲ ਜੇ ਤਾਂ ਫਿਰ ਉੱਥੇ ਪਾਣੀ ਇਕੱਠਾ ਹੋ ਜਾਂਦਾ, ਛੋਟਾ ਜਿਹਾ ਟੋਬਾ ਜਿਹਾ ਬਣ ਜਾਂਦਾ, ਉਹਨੂੰ ਆਪਾਂ ਪਡਲਸ ਕਹਿੰਦੇ ਹਾਂ। ਤਾਂ ਉਹਦੇ ਉੱਪਰ ਭਰਿੰਡਾਂ ਪਾਣੀ ਪੀਣ ਲਈ ਆਉਂਦੀਆਂ ਸੀ। ਤਾਂ ਜਦੋਂ ਮੈਂ ਜਾ ਕੇ ਉਹਨਾਂ ਭਰਿੰਡਾਂ ਨੂੰ ਫੜਨ ਦੀ ਚੰਦੂ ਵਾਂਗੂ ਕੋਸ਼ਿਸ਼ ਕਰਦਾ ਤਾਂ ਮੇਰੇ ਤਾਂ ਗੱਲਾਂ 'ਤੇ ਡੰਗ ਲੱਗਦੇ। ਇਸ ਪੈਰੇ ਤੋਂ ਸਾਨੂੰ ਸਟੂਡੈਂਟਸ ਕਲੀਅਰ ਹੁੰਦਾ ਹੈ ਕਿ ਚੰਦੂ ਨਾਲ ਰਿਲੇਸ਼ਨ ਬਹੁਤ ਹੀ ਵਧੀਆ ਸੀਗਾ ਰਾਈਟਰ ਦਾ। ਉਸ ਦੀ ਹਰ ਗੱਲ ਰਾਈਟਰ ਮੰਨਦਾ ਸੀ ਅਤੇ ਉਹ ਜੀਨੀਅਸ ਸੀਗਾ ਕੁਝ ਕੰਮਾਂ ਦੇ ਵਿੱਚ। ਵੈਨ ਵੀ ਗਰੂ ਅਪ ਹੀ ਸਟਿਲ ਸੀਮ ਟੂ ਮੀ ਦੀ ਇੰਬੋਡੀਮੈਂਟ ਆਫ ਪਰਫੈਕਸ਼ਨ। ਕਹਿੰਦੇ ਜਦੋਂ ਅਸੀਂ ਵੱਡੇ ਹੋ ਗਏ, ਹੁਣ ਤੱਕ ਤਾਂ ਦੇਖੋ ਛੋਟੇ ਹੁੰਦਿਆਂ ਦੀਆਂ ਗੱਲਾਂ ਚੱਲ ਰਹੀਆਂ ਸੀ, ਜਦੋਂ ਅਸੀਂ ਵੱਡੇ ਹੋਏ ਉਹ ਮੈਨੂੰ ਫਿਰ ਵੀ ਪਰਫੈਕਸ਼ਨ ਦੀ ਇੰਬੋਡੀਮੈਂਟ ਜਾਪਦਾ ਨਾ। ਪਰਫੈਕਸ਼ਨ ਦੀ ਇੰਬੋਡੀਮੈਂਟ ਦਾ ਮਤਲਬ ਹੈ ਕਿ ਇੱਕ ਅਜਿਹਾ ਇਨਸਾਨ ਜਿਹੜਾ ਪੂਰੀ ਤਰ੍ਹਾਂ ਪਰਫੈਕਟ ਹੈ, ਉਹਦੇ 'ਚ ਕੋਈ ਕਮੀ ਨਹੀਂ ਹੈ ਅਤੇ ਉਸ ਦੀ ਉਹ ਉਦਾਹਰਨ ਹੈ। ਤਾਂ ਉਹ ਕੌਣ ਲੱਗਦਾ ਉਸ ਨੂੰ? ਚੰਦੂ। ਬਿਕੋਜ਼ ਕਿਉਂਕਿ ਹੀ ਕੁਡ ਮੇਕ ਐਂਡ ਫਲਾਈ ਪੇਪਰ ਕਾਈਟਸ ਆਫ ਸੱਚ ਇੰਟ੍ਰੀਕੇਟ ਡਿਜ਼ਾਈਨ ਐਂਡ ਆਫ ਸੱਚ ਬੈਲੈਂਸ ਐਜ਼ ਆਈ ਕੁਡ ਨੈਵਰ ਅਚੀਵ। ਕਿਉਂਕਿ ਉਹ ਇੰਨੇ ਔਖੇ, ਇੰਟ੍ਰੀਕੇਟ ਦਾ ਮਤਲਬ ਹੁੰਦਾ ਕੰਪਲੈਕਸ, ਔਖੇ ਡਿਜ਼ਾਈਨ ਬਣਾਉਂਦਾ ਪੇਪਰ ਕਾਈਟਸ ਦੇ, ਮਤਲਬ ਪਤੰਗਾਂ ਦੇ ਡਿਜ਼ਾਈਨ ਬਣਾਉਂਦਾ, ਅਤੇ ਇੰਨਾ ਬੈਲੈਂਸ ਹੁੰਦਾ ਉਹਨਾਂ ਦਾ, ਮਤਲਬ ਜਦੋਂ ਅਸੀਂ ਉਹਨੂੰ ਉਡਾਉਂਦੇ ਤਾਂ ਇੰਨਾ ਬੈਲੈਂਸ ਨਾਲ ਉੱਡਦੇ ਸੀਗੇ। ਐਜ਼ ਆਈ ਕੁਡ ਨੈਵਰ ਅਚੀਵ, ਮੈਂ ਅਜਿਹਾ ਕੰਮ ਕਦੇ ਨਹੀਂ ਸੀ ਕਰ ਸਕਦਾ। ਮਤਲਬ ਜਿਹੋ ਜਿਹੇ ਪਤੰਗ ਚੰਦੂ ਬਣਾਉਂਦਾ ਸੀ ਮੈਂ ਨਹੀਂ ਸੀ ਬਣਾ ਸਕਦਾ। ਇੱਥੋਂ ਹੀ ਸਾਨੂੰ ਪਤਾ ਲੱਗਦਾ ਕਿ ਚੰਦੂ ਕਿੰਨਾ ਜ਼ਿਆਦਾ ਕੁਸ਼ਲ ਸੀਗਾ ਆਪਣੇ ਕੰਮਾਂ ਦੇ ਵਿੱਚ। ਟੂ ਬੀ ਸ਼ਿਓਰ ਹੀ ਵਾਜ਼ ਨੋਟ ਸੋ ਗੁੱਡ ਐਟ ਡੂਇੰਗ ਸਮਸ ਐਟ ਸਕੂਲ ਐਜ਼ ਆਈ ਵਾਜ਼। ਪਰ ਇੱਕ ਗੱਲ ਦੇ ਵਿੱਚ ਦੇਖੋ, ਹੁਣ ਰਾਈਟਰ ਦੱਸਦਾ ਹੈ ਕਿ ਉਹ ਇੰਨਾ ਵਧੀਆ ਨਹੀਂ ਸੀਗਾ ਸਵਾਲ ਹੱਲ ਕਰਨ 'ਚ ਸਕੂਲ ਦੇ ਵਿੱਚ ਜਿਵੇਂ ਮੈਂ ਸੀ। ਮਤਲਬ ਕਿ ਜਿਹੜਾ ਰਾਈਟਰ ਹੈ ਉਹ ਜ਼ਿਆਦਾ ਵਧੀਆ ਸਵਾਲ ਹੱਲ ਕਰ ਲੈਂਦਾ ਸੀ ਚੰਦੂ ਨਾਲੋਂ। ਪਰਹੈਪਸ ਸ਼ਾਇਦ ਬਿਕੋਜ਼ ਹਿਜ਼ ਫਾਦਰ ਅਪ੍ਰੈਂਟਿਸਡ ਹਿਮ ਅਰਲੀ ਟੂ ਦੀ ਹੈਰੀਡਿਟਰੀ ਪ੍ਰੋਫੈਸ਼ਨ ਆਫ ਦਾ ਬਾਰਬਰਸ ਕਾਸਟ। ਕਿਉਂਕਿ ਉਸਦੇ ਪਿਤਾ ਨੇ ਜਲਦੀ ਹੀ ਜਿਹੜਾ ਨਾਈਆਂ ਦੀ ਕਾਸਟ ਦਾ ਕੰਮ ਹੁੰਦਾ, ਮਤਲਬ ਕਿ ਵਾਲ ਕੱਟਣਾ, ਦਾੜੀ ਬਣਾਉਣਾ, ਜਿਹੜਾ ਕਿ ਉਹਨਾਂ ਦਾ ਹੈਰੀਡਿਟਰੀ ਹੈ ਨਾ, ਜਿਹੜਾ ਕਿ ਪੁਰਖਿਆਂ ਤੋਂ ਮਿਲਿਆ ਹੋਇਆ ਕੰਮ ਹੈ, ਉਸ ਨੂੰ ਉਸਦੇ ਫਾਦਰ ਨੇ ਜਲਦੀ ਹੀ ਕੰਮ 'ਤੇ ਲਗਾਤਾ। ਅਪ੍ਰੈਂਟਿਸਡ ਆਪਣੇ ਨਾਲ ਲੈ ਕੇ ਜਾਣ ਲੱਗ ਗਿਆ ਫਾਦਰ ਉਸ ਨੂੰ ਕਿ ਤੂੰ ਵੀ ਕੰਮ ਸਿੱਖ। ਐਂਡ ਸੈਂਟ ਹਿਮ ਆਊਟ ਹੈਅਰ ਕਟਿੰਗ ਇਨ ਦਾ ਵਿਲੇਜ। ਅਤੇ ਫਿਰ ਉਸਨੇ ਉਸ ਨੂੰ ਬਾਹਰ ਵੀ ਭੇਜਣਾ ਸ਼ੁਰੂ ਕਰਤਾ, ਪਿੰਡ ਦੇ ਬਾਹਰ, ਤਾਂ ਕਿ ਹੈਅਰ ਕਟਿੰਗ ਕਰਕੇ ਆਵੇ ਲੋਕਾਂ ਦੀ। ਐਂਡ ਹੀ ਹੈਡ ਨੋ ਟਾਈਮ ਫॉर ਦਾ ਹੋਮ ਟਾਸਕ ਵਿਚ ਅਵਰ ਸਕੂਲ ਮਾਸਟਰ ਗੇਵ ਅਸ। ਇਸ ਕਰਕੇ ਉਹਦੇ ਕੋਲੇ ਸਮਾਂ ਨਹੀਂ ਸੀ ਹੁੰਦਾ ਘਰ ਦਾ ਕੰਮ ਕਰਨ ਲਈ ਜਿਹੜੇ ਕਿ ਸਾਡੇ ਟੀਚਰ ਨੇ ਸਾਨੂੰ ਦਿੱਤਾ ਹੁੰਦਾ ਸੀ। ਬਟ ਹੀ ਵਾਜ਼ ਬੈਟਰ ਦੈਨ ਆਈ ਐਟ ਰਿਸਾਈਟਿੰਗ ਪੋਇਟਰੀ। ਪਰ ਉਹ ਮੇਰੇ ਨਾਲੋਂ ਬੈਟਰ ਸੀਗਾ। ਹੀ ਵਾਜ਼ ਬੈਟਰ ਦੈਨ ਆਈ, ਮੇਰੇ ਨਾਲੋਂ ਬੈਟਰ ਸੀ, ਵਧੀਆ ਸੀ ਪੋਇਟਰੀ ਰਿਸਾਈਟ ਕਰਨ 'ਚ, ਪੋਇਮਸ ਗਾਣ ਦੇ ਵਿੱਚੋਂ ਮੇਰੇ ਨਾਲੋਂ ਜ਼ਿਆਦਾ ਅੱਛਾ ਸੀ। ਐਨੀ ਡੇ ਫॉर ਨੋਟ ਓਨਲੀ ਡਿਡ ਹੀ ਰਿਮੈਂਬਰ ਬਾਈ ਰੋਡ ਦਾ ਵਰਸਿਸ ਇਨ ਦਾ ਟੈਕਸਟ ਬੁੱਕ but he could repeat the endless pages of prose in that book so that they seemed like poetry। ਉਸਨੇ ਹੁਣ ਇੱਥੇ ਦੋ ਗੱਲਾਂ ਕੀਤੀਆਂ। ਕਹਿੰਦੇ ਉਹਨੂੰ ਸਿਰਫ ਨਾ ਤਾਂ ਟੈਕਸਟ ਬੁੱਕ ਦੀਆਂ ਜਿਹੜੀਆਂ ਵਰਸਿਸ ਹੁੰਦੀਆਂ ਸੀ ਨਾ, ਵਰਸਿਸ ਦਾ ਮਤਲਬ ਇੱਥੇ ਪੋਇਮਸ ਦੀਆਂ ਲਾਈਨਾਂ ਨੂੰ ਕਿਹਾ ਗਿਆ, ਤਾਂ ਪੋਇਮਸ ਦੀਆਂ ਲਾਈਨਸ ਉਸ ਨੂੰ ਯਾਦ ਹੁੰਦੀਆਂ ਸੀ। ਰੋਡ ਦੇ ਉੱਪਰ 9 ਪਿਆ ਬੇਟਾ, ਤਾਂ ਰੋਡ ਦਾ ਮਤਲਬ ਹੁੰਦਾ ਹੈ ਲਰਨਿੰਗ ਬਾਈ ਰਿਪੀਟਿੰਗ ਵਿਦਾਊਟ ਅੰਡਰਸਟੈਂਡਿੰਗ। ਜਦ ਆਪਾਂ ਕਿਸੇ ਚੀਜ਼ ਨੂੰ ਬਿਨਾਂ ਸੋਚੇ ਸਮਝੇ ਰੱਟਾ ਲਾ ਲਈ, ਉਹਨੂੰ ਆਪਾਂ ਰੋਟ ਲਰਨਿੰਗ ਕਹਿੰਦੇ ਹਾਂ। ਤਾਂ ਉਸਨੇ ਜਿਹੜੀਆਂ ਟੈਕਸਟ ਬੁੱਕ ਦੀਆਂ ਪੋਇਮਸ ਦੀਆਂ ਲਾਈਨਾਂ ਸੀ ਉਸ 'ਤੇ ਰੱਟਾ ਲਾਇਆ ਹੋਇਆ ਸੀ। ਤਾਂ ਇੱਕ ਤਾਂ ਉਹਨੇ ਰੱਟਾ ਲਾਇਆ ਹੋਇਆ ਸੀ, ਦੂਸਰਾ ਉਹ ਬੁੱਕ ਦੀਆਂ ਜਿਹੜੀਆਂ ਪ੍ਰੋਜ਼ ਦੇ ਪੇਜਿਸ ਸੀਗੇ ਨਾ, ਉਹ ਪ੍ਰੋਜ਼ ਦਾ ਮਤਲਬ ਇੱਥੇ ਐਸੇ ਹੋ ਗਏ, ਸਟੋਰੀਜ਼ ਹੋ ਗਏ, ਹੈ ਨਾ, ਉਹਨਾਂ ਦੇ ਜਿਹੜੇ ਪੇਜਿਸ ਸੀਗੇ, ਮਤਲਬ ਕਿ ਉਹਨਾਂ ਦਾ ਜਿਹੜਾ ਟੈਕਸਟ ਸੀਗਾ ਉੱਤੇ ਵੀ ਉਹਨੇ ਰੱਟਾ ਲਾ ਰੱਖਿਆ ਸੀ, ਉਹ ਵੀ ਉਹ ਯਾਦ ਸੀ ਉਸ ਨੂੰ। ਅਤੇ ਐਂ ਲੱਗਦਾ ਸੀ ਜਦੋਂ ਸੁਣਾਉਂਦਾ ਸੀ ਤਾਂ ਐਂ ਲੱਗਦਾ ਸੀ ਕਿ ਜਿਵੇਂ ਉਹ ਪੋਇਟਰੀ ਗਾ ਰਿਹਾ ਹੋਵੇ। ਤਾਂ ਇੱਥੇ ਦੋ ਖਾਸੀਅਤਾਂ ਹੋਰ ਸਾਨੂੰ ਚੰਦੂ ਦੀਆਂ ਪਤਾ ਲੱਗਦੀਆਂ ਨੇ ਕਿ ਉਸ ਦੀ ਜਿਹੜੀ ਯਾਦ ਕਰਨ ਦੀ ਸ਼ਕਤੀ ਬੜੀ ਤੇਜ਼ ਸੀ। ਹਾਲਾਂਕਿ ਰੋਟ ਲਰਨਿੰਗ ਹੀ ਲਾਉਂਦਾ ਸੀ, ਉਸ ਨੂੰ ਕਿੰਨੀਆਂ ਸਾਰੀਆਂ ਪੋਇਮਸ ਜਿਹੜੀਆਂ ਸੀਗੀਆਂ ਸਿਲੇਬਸ ਦੀਆਂ ਮੂੰਹ ਜਵਾਨੀ ਯਾਦ ਸੀਗੀਆਂ, ਅਤੇ ਈਵਨ ਕਿ ਜਿਹੜੇ ਐਸੇ ਦੇ ਲਾਈਨਾਂ ਉਸਦੇ ਸਿਲੇਬਸ ਦੀਆਂ ਐਸੇ ਜਾਂ ਸਟੋਰੀਜ਼ ਦੀਆਂ ਲਾਈਨਾਂ ਵੀ ਉਸ ਨੂੰ ਯਾਦ ਸੀਗੀਆਂ।
ਇੱਥੇ ਅਪ੍ਰੈਂਟਿਸ ਸ਼ਬਦ ਵੀ ਆਇਆ ਬੇਟਾ। ਅਪ੍ਰੈਂਟਿਸ ਦਾ ਮਤਲਬ ਇਹ ਹੈ ਕਿ ਵਰਕ ਫॉर ਸਮ ਟਾਈਮ ਟੂ ਲਰਨ ਸਮ ਪਾਰਟਿਕੂਲਰ ਜੌਬ। ਜਿਸ ਦੇ ਉਸਦੇ ਪਿਤਾ ਨੇ ਉਸਨੂੰ ਅਪ੍ਰੈਂਟਿਸ ਕਰਾਈ ਤਾਂ ਅਪ੍ਰੈਂਟਿਸ ਦਾ ਮਤਲਬ ਕਿ ਉਸਨੂੰ ਕੰਮ ਸਿਖਾਇਆ ਨਾਈ ਦਾ, ਕਿ ਕਿਵੇਂ ਕੰਮ ਕਰਨਾ ਹੈ, ਵਾਲ ਕਿਵੇਂ ਬਣਾਉਣੇ ਹੈ, ਦਾੜੀ ਕਿਵੇਂ ਬਣਾਉਣੀ ਹੈ, ਤਾਂ ਇਸ ਨੂੰ ਕਿਹਾ ਜਾਂਦਾ। ਮਾਈ ਮਦਰ ਰਿਜ਼ੈਂਟਿਡ ਦਾ ਫੈਕਟ ਦੈਟ ਚੰਦੂ ਵੋਨ ਅ ਸਕੋਲਰਸ਼ਿਪ ਐਟ ਸਕੂਲ ਵਾਈਲ ਆਈ ਹੈਡ ਟੂ ਪੇ ਫੀਸ ਟੂ ਬੀ ਟੌਟ। ਹੁਣ ਮੇਰੀ ਮਦਰ ਨੂੰ ਇਹ ਥੋੜ੍ਹਾ ਜਿਹਾ ਗੁੱਸਾ ਸੀ ਕਿ ਚੰਦੂ ਨੇ ਤਾਂ ਦੇਖੋ ਸਕੂਲ 'ਚ ਸਕੋਲਰਸ਼ਿਪ ਪ੍ਰਾਪਤ ਕੀਤੀ ਹੈ, ਜਦ ਕਿ ਮੈਨੂੰ ਫੀਸ ਦੇਣੀ ਪੈਂਦੀ ਸੀ ਪੜ੍ਹਾਈ ਲਈ, ਟੂ ਬੀ ਟੌਟ। ਐਂਡ ਸ਼ੀ ਕੌਨਸਟੈਂਟਲੀ ਡਿਸਵੇਡ ਮੀ ਫਰੋਮ ਪਲੇਇੰਗ ਵਿਦ ਹਿਮ। ਅਤੇ ਮੈਨੂੰ ਉਹ ਲਗਾਤਾਰ ਡਿਸਵੇਡ ਕਰਦੀ ਸੀ। ਡਿਸਵੇਡ ਦਾ ਮਤਲਬ ਮਨਾਹੀ ਕਰਦੀ ਸੀ ਕਿ ਤੂੰ ਉਹਦੇ ਨਾਲ ਨਹੀਂ ਖੇਡਣਾ, ਚੰਦੂ ਨਾਲ ਨਹੀਂ ਖੇਡਣਾ। ਕੀ ਕਹਿੰਦੀ ਸੀ? ਸੇਇੰਗ ਦੈਟ ਚੰਦੂ ਵਾਜ਼ ਅ ਲੋ ਕਾਸਟ ਬਾਰਬਰ ਸਨ, ਕਿ ਚੰਦੂ ਤਾਂ ਨੀਵੀਂ ਜਾਤ ਵਾਲੇ ਨਾਈਆਂ ਦਾ ਮੁੰਡਾ ਹੈ। ਲੋ ਕਾਸਟ, ਨੀਵੀਂ ਜਾਤ ਵਾਲੇ ਨਾਈਆਂ ਦਾ ਮੁੰਡਾ। ਇਹ ਕਹਿ ਕੇ ਮੈਨੂੰ ਰੋਕਦੀ ਸੀ ਵੀ ਤੂੰ ਦੱਸ ਉਹਦੇ ਨਾਲ ਫਿਰੀ ਜਾਂਦਾ, ਆਪ ਤੂੰ ਬਾਹਮਣ ਦਾ ਮੁੰਡਾ ਹੈ ਤੇ ਤੂੰ ਨਾਈਆਂ ਦੇ ਮੁੰਡਿਆਂ ਨਾਲ ਫਿਰੀ ਜਾਂਦਾ। ਐਂਡ ਦੈਟ ਆਈ ought ਟੂ ਕੀਪ ਅਪ ਦਾ ਸਟੇਟਸ ਆਫ ਮਾਈ ਕਾਸਟ ਐਂਡ ਕਲਾਸ। ਅਤੇ ਮੈਨੂੰ ਰੱਖਣਾ ਚਾਹੀਦਾ ਆਪਣੀ ਜਾਤ ਅਤੇ ਸ਼੍ਰੇਣੀ ਦਾ ਜਿਹੜਾ ਸਟੇਟਸ ਹੈ, ਜਿਹੜੀ ਮੇਰੀ ਕਲਾਸ ਹੈ, ਮੇਰੀ ਕਾਸਟ ਹੈ, ਉਹਦਾ ਜਿਹੜਾ ਮੇਰਾ ਸਟੇਟਸ ਹੈ ਉਹਨੂੰ ਮੈਨੂੰ ਬਣਾ ਕੇ ਰੱਖਣਾ ਚਾਹੀਦਾ। ਤੇ ਤੂੰ ਆਪਣੇ ਸਟੇਟਸ ਨੂੰ ਨੀਵਾਂ ਕਰੀ ਜਾਂਦਾ ਉਹਦੇ ਨਾਲ ਖੇਡ ਕੇ, ਨਾਈਆਂ ਦੇ ਮੁੰਡੇ ਨਾਲ। But whatever innate ideas I had inherited from my forefathers, I certainly had not inherited any sense of superiority। ਬਹੁਤ ਹੀ ਵਧੀਆ ਲਾਈਨ ਮੁਲਕ ਰਾਜ ਆਨੰਦ ਨੇ ਲਿਖੀ ਹੈ। innate ਦਾ ਮਤਲਬ ਦੇਖੋ 10 ਨੰਬਰ ਤੇ ਲਿਖਿਆ ਹੋਇਆ ਹੈ, quality that one has when one is born। ਜਦੋਂ ਆਪਾਂ ਪੈਦਾ ਹੁੰਦੇ ਹਾਂ ਤਾਂ ਜਿਹੜੀਆਂ ਕੁਆਲਿਟੀਆਂ ਸਾਡੇ ਜਨਮ ਜਾਤ ਹੁੰਦੀਆਂ ਨੇ ਅੰਦਰ, ਉਹਨੂੰ ਆਪਾਂ innate qualities ਕਹਿੰਦੇ ਹਾਂ। ਕਹਿੰਦੇ ਕੁਝ ਵੀ ਜਿਹੜੀਆਂ ਮੈਂ ਜਨਮ ਜਾਤ ਵਿਚਾਰ ਆਪਣੇ ਅੰਦਰ ਪੈਦਾ ਕੀਤੇ ਆਪਣੇ ਪੂਰਵਜਾਂ ਤੋਂ ਜੋ ਵੀ ਮੈਂ ਜਨਮਜਾਤ ਵਿਚਾਰ ਲਏ, ਪੈਦਾ ਹੁੰਦੇ ਲਏ ਹੋਣਗੇ, ਪਰ ਮੇਰੇ ਕੋਲ ਇੱਕ ਚੀਜ਼ ਨਹੀਂ ਆਈ ਕਦੇ ਵੀ, ਮੇਰੇ ਸੁਭਾਅ ਦੇ ਵਿੱਚ ਇੱਕ ਚੀਜ਼ ਕਦੇ ਨਹੀਂ ਆਈ। ਉਹ ਕੀ ਨਹੀਂ ਆਈ? ਕਿ ਮੇਰੇ ਅੰਦਰ ਸੈਂਸ ਆਫ ਸੁਪੀਰੀਅਰਿਟੀ ਕਦੇ ਨਹੀਂ ਆਈ। ਦੇਖੋ ਬਹੁਤ ਵਧੀਆ ਚੀਜ਼ ਲਿਖੀ ਹੋਈ ਹੈ। ਜੇਕਰ ਇਹ ਸਾਰੀ ਚੀਜ਼ ਸਾਡੇ ਸਾਰੇ ਲੋਕਾਂ ਦੇ ਵਿੱਚ ਆ ਜੇ ਤਾਂ ਜਾਤ ਪਾਤ ਦੇ ਭੇਦਭਾਵ ਸਾਰੇ ਖਤਮ ਹੋ ਜਾਣ। ਇੱਥੇ ਰਾਈਟਰ ਇਹ ਕਹਿਣਾ ਚਾਹੁੰਦਾ ਹੈ ਕਿ ਚਾਹੇ ਮੈਂ ਉੱਚੀ ਕਾਸਟ ਨਾਲ ਮੈਂ ਸੰਬੰਧ ਰੱਖਦਾ ਸੀ, ਪਰ ਮੇਰੇ ਅੰਦਰ ਸੈਂਸ ਆਫ ਸੁਪੀਰੀਅਰਿਟੀ ਕਦੇ ਨਹੀਂ ਆਈ। ਮੈਂ ਕਦੇ ਆਪਣੇ ਆਪ ਨੂੰ ਇਹ ਨਹੀਂ ਮੰਨਿਆ ਕਿ ਮੈਂ ਬਹੁਤ ਉੱਚੀ ਜਾਤ ਵਾਲਾ, ਮੈਂ ਨੀਵੀਂ ਜਾਤ ਵਾਲੇ ਨਾਲ ਨਹੀਂ ਫਿਰਨਾ, ਮੈਂ ਉਹਦੇ ਨਾਲ ਨਹੀਂ ਫਿਰਨਾ। ਇਹੋ ਜਿਹੀ ਗੱਲ ਮੇਰੇ ਮਨ 'ਚ ਕਦੇ ਨਹੀਂ ਆਈ। ਅਤੇ ਇਸ ਦਾ ਰਾਈਟਰ ਨੂੰ ਮਾਣ ਵੀ ਹੈ। ਦੇਖੋ ਕਿੰਨੇ ਵਧੀਆ ਤਰੀਕੇ ਨਾਲ ਉਹ ਲਾਈਨ ਦੇ ਵਿੱਚ ਇਹ ਗੱਲ ਦੱਸ ਰਿਹਾ ਹੈ। Indeed, I was always rather ashamed of the red caste mark which my mother put on my forehead every morning। ਕਹਿੰਦੇ ਅਸਲ 'ਚ ਮੈਨੂੰ ਹਮੇਸ਼ਾ ਸ਼ਰਮ ਆਉਂਦੀ ਸੀ ਨਾ। ਅਸ਼ੇਮ ਦੇ ਨਾਲ ਹਮੇਸ਼ਾ ਆਫ ਪ੍ਰੈਪੋਜੀਸ਼ਨ ਆਉਂਦੀ ਹੈ ਬੱਚਿਓ। ਕਹਿੰਦੇ ਮੈਨੂੰ ਹਮੇਸ਼ਾ ਸ਼ਰਮ ਆਉਂਦੀ ਸੀ ਕਿ ਮੇਰੇ ਲਾਲ ਟਿੱਕਾ ਲਾਤਾ ਜਾਂਦਾ ਸੀ, ਮੇਰੀ ਮਦਰ ਮੇਰੇ ਮੱਥੇ 'ਤੇ ਲਗਾ ਦਿੰਦੀ ਸੀ ਹਰ ਸਵੇਰ, ਕਿਉਂਕਿ ਬਾਹਮਣ ਦਾ ਮੁੰਡਾ ਸੀ, ਪੰਡਤਾਂ ਦਾ ਮੁੰਡਾ ਸੀ। ਐਂਡ ਆਫ ਦਾ ਫਾਰਮਲਾਈਜ਼ ਪੈਟਰਨ ਆਫ ਦਾ ਅਚਕਨ ਦਾ ਟਾਈਟ ਕਾਟਨ ਟਰਾਊਜ਼ਰਸ। ਅਤੇ ਹਮੇਸ਼ਾ ਮੈਨੂੰ ਅਚਕਨ ਵਾਲਾ ਪੈਟਰਨ, ਇੱਕ ਫਾਰਮਲਾਈਜ਼ ਜਿਹੜਾ ਰਸਮੀ ਤੌਰ 'ਤੇ ਅਸੀਂ ਲੋਕ ਪਾਉਂਦੇ ਸੀਗੇ, ਤਾਂ ਮੈਨੂੰ ਉਹ ਪਾਉਣੀ ਪੈਂਦੀ ਸੀ ਅਚਕਨ, ਜੋ ਤੁਸੀਂ ਤਸਵੀਰ ਦੇ ਵਿੱਚ ਇੱਕ ਤਰ੍ਹਾਂ ਦੀ ਡਰੈਸ ਆ ਬੱਚਿਓ, ਅੱਜ ਕੱਲ੍ਹ ਬੜੀ ਪਾਪੂਲਰ ਹੈ। ਵਿਆਹਾਂ ਦੇ ਵਿੱਚ ਬੜੇ ਮੁੰਡੇ ਸ਼ਾਨ ਨਾਲ ਪਾਉਂਦੇ ਨੇ ਇਹ, ਜਿਹਦੇ ਵਿੱਚ ਟਾਈਟ ਕਾਟਨ ਟਰਾਊਜ਼ਰ ਹੁੰਦੀ ਹੈ, ਜਿਹੜੀ ਲੋਅਰ ਹੁੰਦੀ ਹੈ ਉਹ ਕਾਟਨ ਦੀ ਬਣੀ ਹੁੰਦੀ ਹੈ, ਥੋੜ੍ਹੀ ਟਾਈਟ ਹੁੰਦੀ ਹੈ, ਉਹ ਪਜਾਮੀ ਟਾਈਪ ਹੁੰਦੀ ਹੈ। ਦਾ ਗੋਲਡ ਵਰਕ ਸ਼ੂਜ਼, ਅਤੇ ਮੇਰੇ ਸ਼ੂਜ਼ ਪਾਏ ਜਾਂਦੇ ਸੀਗੇ ਜਿਨ੍ਹਾਂ ਦੇ ਉੱਪਰ ਸੋਨੇ ਰੰਗ ਦਾ ਕੰਮ ਕੀਤਾ ਹੁੰਦਾ ਸੀ, ਗੋਲਡ ਸ਼ੂਜ਼ ਪਾਏ ਜਾਂਦੇ ਸੀ ਮੈਨੂੰ। ਐਂਡ ਦਾ ਸਿਲਕ ਟਰਬਨ, ਅਤੇ ਮੇਰੇ ਸਿਰ ਦੇ ਉੱਪਰ ਸਿਲਕ ਦੀ ਪਗੜੀ ਪਹਿਨਾਈ ਜਾਂਦੀ ਸੀ। ਇਨ ਵਿਚ ਆਈ ਡਰੈਸਡ, ਇਹ ਸਾਰੇ ਤਰੀਕੇ ਦੀਆਂ ਡਰੈਸਿਸ ਮੈਨੂੰ ਪਹਿਨਾਈਆਂ ਜਾਂਦੀਆਂ ਸੀ। And I longed for the right to wear all the spectacular conglomeration of clothes which ਚੰਦੂ wore। ਕਹਿੰਦੇ ਮੈਨੂੰ ਹਮੇਸ਼ਾ ਇਹ ਇੱਛਾ ਰਹਿੰਦੀ ਸੀ ਨਾ। ਲੌਂਗ ਦਾ ਮਤਲਬ ਹੁੰਦਾ ਜੀ ਇੱਛਾ ਰਹਿਣਾ। ਮੈਨੂੰ ਇਹ ਰਾਈਟ ਮਿਲੇ, ਮੈਨੂੰ ਅਧਿਕਾਰ ਮਿਲੇ ਕਿ ਮੈਂ ਉਹ ਸਾਰੇ ਸ਼ਾਨਦਾਰ ਕੱਪੜੇ ਪਹਿਨਾਂ। ਕਿਹੜੇ ਕੱਪੜੇ? conglomeration of clothes। ਨਾ conglomeration ਕੀ ਹੁੰਦਾ ਜੀ? ਇੱਥੇ ਲਿਖਿਆ mixture of different things that are found together। ਮਤਲਬ ਡਿਫਰੈਂਟ ਜੀਆਂ ਚੀਜ਼ਾਂ ਜਿਨ੍ਹਾਂ ਦਾ ਕੋਈ ਮੇਲ ਜਿਹਾ ਹੀ ਨਾ ਹੋਵੇ, ਉਹਨਾਂ ਨੂੰ ਆਪਾਂ ਪਾ ਲਈਏ, ਉਹਨੂੰ ਆਪਾਂ conglomeration ਕਹਿੰਦੇ ਹਾਂ। ਕਹਿੰਦੇ ਮੈਂ ਕੱਪੜਿਆਂ ਦਾ ਉਹ ਜਿਹੜਾ ਇੱਕ ਮਿਕਸਚਰ ਜਿਹਾ ਪਾਉਣਾ ਚਾਹੁੰਦਾ ਸੀ, ਜੋ ਕੌਣ ਪਾਉਂਦਾ ਸੀ? ਚੰਦੂ ਪਾਉਂਦਾ ਸੀ। ਤਾਂ ਚੰਦੂ ਕੀ ਪਾਉਂਦਾ ਸੀ? ਅ ਪੇਅਰ ਆਫ ਖਾਕੀ ਸ਼ੋਰਟਸ, ਉਹਦੇ ਕੋਲ ਇੱਕ ਖਾਕੀ ਨਿੱਕਰ ਹੁੰਦੀ ਸੀ, ਤੇ ਵਿਚ ਦਾ ਰਿਟਾਇਰਡ ਸੂਬੇਦਾਰ ਹੈਡ ਗਿਵਨ ਹਿਮ, ਜਿਹੜੀ ਕਿ ਉਸ ਨੂੰ ਸੂਬੇਦਾਰ ਨੇ ਦਿੱਤੀ ਸੀਗੀ, ਜਿਹੜਾ ਰਿਟਾਇਰ ਹੋ ਗਿਆ ਸੀ। ਸੂਬੇਦਾਰ ਸੀਗਾ, ਉਹਦੇ ਕੋਲੇ ਖਾਕੀ ਨਿੱਕਰ ਸੀ, ਉਹਨੇ ਚੰਦੂ ਨੂੰ ਦੇਤੀ। ਹੁਣ ਉਹ ਚੰਦੂ ਉਹ ਪਾਉਂਦਾ ਹੈ। ਅਫਰੇਡ ਬਲੈਕ ਵੈਲਵੇਟ ਵੇਸਟਕੋਟ, ਤਾਂ ਇੱਕ ਜਾਮਣੀ ਰੰਗ ਦਾ ਵੇਸਟਕੋਟ ਪਾਉਂਦਾ ਹੈ ਜੀ, ਬਲੈਕ ਵੈਲਵੇਟ ਵੇਸਟਕੋਟ ਪਾਉਂਦਾ ਹੈ। ਫਰੇਡ ਦਾ ਮਤਲਬ ਫਟੇਹਾਲ। ਡੈਕੋਰੇਟਿਡ ਆਲ ਓਵਰ ਵਿਦ ਸ਼ੈਲ ਬਟਨਸ, ਅਤੇ ਉਹਦੇ ਉੱਪਰ ਉਹ ਸ਼ੈਲ ਬਟਨਸ ਲੱਗੇ ਹੋਏ ਹੈ, ਸ਼ੈਲ ਦੇ ਬਣੇ ਹੋਏ, ਸਿੱਪੀਆਂ ਦੇ ਬਣੇ ਹੋਏ ਬਟਨਸ ਲੱਗੇ ਹੋਏ ਹੈ। ਐਂਡ ਅ ਰਾਊਂਡ ਫੈਲਟ ਕੈਪ, ਅਤੇ ਇੱਕ ਉਹ ਗੋਲ ਕੈਪ ਪਾਉਂਦਾ ਹੁੰਦਾ ਸੀਗਾ, ਟੋਪੀ ਪਾਉਂਦਾ ਹੁੰਦਾ ਸੀ, ਵਿਚ ਹੈਡ ਵਨਸ ਬਿਲੋਂਗ ਟੂ ਲਾਲਾ ਹੁਕਮ ਚੰਦ, ਜਿਹੜੀ ਕਿਸੇ ਸਮੇਂ ਲਾਲਾ ਹੁਕਮ ਚੰਦ ਦੀ ਹੁੰਦੀ ਸੀ। ਨਾ ਲਾਲਾ ਹੁਕਮ ਚੰਦ ਕੌਣ ਹੈ? ਦੀ ਲਾਇਰ ਆਫ ਆਵਰ ਵਿਲੇਜ, ਸਾਡੇ ਪਿੰਡ ਦਾ ਵਕੀਲ।
ਰਾਈਟਰ ਹਾਲਾਂਕਿ ਖੁਦ ਉੱਚੀ ਜਾਤ ਤੋਂ ਬਿਲੋਂਗ ਕਰਦਾ ਹੈ, ਲੇਕਿਨ ਉਸ ਦੀ ਦੋਸਤੀ ਇੱਕ ਨਾਈਆਂ ਦੇ ਮੁੰਡੇ ਨਾਲ ਹੈ। ਮਾਂ ਨੂੰ ਪਸੰਦ ਨਹੀਂ ਕਿ ਮੇਰਾ ਮੁੰਡਾ ਨਾਈਆਂ ਦੇ ਮੁੰਡੇ ਨਾਲ ਫਿਰੇ, ਲੇਕਿਨ ਰਾਈਟਰ ਨੇ ਦੇਖੋ ਕਿੰਨੇ ਵਧੀਆ ਵਰਡਸ ਇੱਥੇ ਲਿਖੇ ਨੇ। ਕਹਿੰਦੇ ਮੈਨੂੰ ਸੈਂਸ ਆਫ ਸੁਪੀਰੀਅਰਿਟੀ ਤਾਂ ਕਦੇ ਵੀ ਨਹੀਂ ਆਈ ਸ਼ੁਰੂ ਤੋਂ ਲੈ ਕੇ ਹੁਣ ਤੱਕ, ਅਤੇ ਮੈਂ ਹਮੇਸ਼ਾ ਆਪਣੇ ਜੋ ਕੱਪੜੇ ਪਾਏ ਹੁੰਦੇ ਸੀ, ਇੰਨੇ ਸ਼ਾਨਦਾਰ ਕੱਪੜੇ, ਮਹਿੰਗੇ ਕੱਪੜੇ, ਮੈਂ ਉਹਨਾਂ 'ਚ ਆਪਣੇ ਆਪ ਨੂੰ ਘੁੱਟਿਆ ਮਹਿਸੂਸ ਕਰਦਾ ਸੀ। ਲੇਕਿਨ ਮੈਨੂੰ ਚੰਦੂ ਦੇ ਖੁੱਲ੍ਹੇ ਡੁੱਲੇ ਜਿਹੇ ਕੱਪੜੇ ਬੜੇ ਪਸੰਦ ਸੀ, ਅਤੇ ਮੈਂ ਹਮੇਸ਼ਾ ਚਾਹੁੰਦਾ ਸੀ ਕਿ ਮੈਂ ਚੰਦੂ ਵਾਲੇ ਕੱਪੜੇ ਪਾਵਾਂ। ਅਤੇ ਚੰਦੂ ਨੇ ਕਿਹੜੇ ਕੱਪੜੇ ਪਾਏ ਹੋਏ ਸੀ? ਉਹ ਚੰਦੂ ਦੇ ਕੱਪੜੇ ਵੀ ਆਪਣੇ ਨਹੀਂ ਸੀ, ਉਹਨੇ ਲੋਕਾਂ ਦੇ ਕੱਪੜੇ ਪਾਏ ਹੁੰਦੇ ਸੀ, ਮੰਗਵੇਂ ਕੱਪੜੇ ਚੰਦੂ ਪਾਉਂਦਾ ਸੀ। ਐਂਡ ਆਈ ਐਨਵੀਡ ਚੰਦੂ ਦਾ ਫਰੀडम ਆਫ ਮੂਵਮੈਂਟ ਵਿਚ ਹੀ ਇੰਜੋਇਡ ਆਫਟਰ ਹਿਜ਼ ਫਾਦਰ ਡਾਈਡ ਆਫ ਪਲੇਗ। ਅਤੇ ਮੈਨੂੰ ਈਰਖਾ ਹੁੰਦੀ ਸੀ ਚੰਦੂ ਤੋਂ। ਕਿਹੜੀ ਗੱਲ ਦੀ ਈਰਖਾ? ਕਿਉਂਕਿ ਉਸ ਨੂੰ ਫਰੀडम ਆਫ ਮੂਵਮੈਂਟ ਸੀ, ਉਹ ਆਪਣੀ ਮਰਜ਼ੀ ਨਾਲ ਇੱਧਰ ਉੱਧਰ ਜਾ ਸਕਦਾ ਸੀਗਾ, ਜਿਹੜੀ ਕਿ ਉਸਨੇ ਉਹ ਫਰੀडम ਕਦ ਤੋਂ ਇੰਜੋਏ ਕਰਨੀ ਸ਼ੁਰੂ ਕੀਤੀ ਸੀ? ਜਦੋਂ ਤੋਂ ਉਸਦੇ ਪਿਤਾ ਜੀ ਦੀ ਡੈਥ ਹੋ ਗਈ ਸੀ ਪਲੇਗ ਦੇ ਕਰਕੇ। ਤਾਂ ਉਸ ਤੋਂ ਬਾਅਦ ਹੁਣ ਉਸ 'ਤੇ ਕੋਈ ਚੈੱਕ ਕਰਨ ਵਾਲਾ ਰਿਹਾ ਨਹੀਂ, ਤਾਂ ਹੁਣ ਚੰਦੂ ਜਿੱਥੇ ਜਾਂਦਾ ਸੀ ਚਲਾ ਜਾਂਦਾ ਸੀ, ਲੇਕਿਨ ਮੈਂ ਨਹੀਂ ਸੀ ਆ ਜਾ ਸਕਦਾ, ਅਤੇ ਇਹ ਗੱਲ ਦੀ ਮੈਨੂੰ ਈਰਖਾ ਹਮੇਸ਼ਾ ਰਹਿੰਦੀ ਸੀ। ਔਰ ਦੈਨ ਹੀ ਵੁੱਡ ਡੂ ਦਾ ਸਾਊਂਡ ਆਫ ਸ਼ੇਵਿੰਗ ਐਂਡ ਹੈਅਰ ਕਟਿੰਗ ਐਟ ਦੀ ਹਾਊਸਿਸ ਆਫ ਦਾ ਹਾਈ ਕਾਸਟ ਨੋਟੇਬਲਸ ਇਨ ਦਾ ਮਾਰਨਿੰਗ, bathe and dress, and then steal a ride to town 6 miles away on the footrest of the closed carriage in which Lala Hukum Chand travelled to town। ਹਾਂਜੀ, ਥੋੜੀ ਲੰਬੀ ਲਾਈਨ ਹੈ ਸਟੂਡੈਂਟਸ, ਆਪਾਂ ਇਹਨੂੰ ਸਮਝਦੇ ਹਾਂ। ਕਿਉਂਕਿ ਉਸ ਨੂੰ ਆਜ਼ਾਦੀ ਸੀ ਕਿਤੇ ਵੀ ਆਉਣ ਜਾਣ ਦੀ, ਤਾਂ ਉਹ ਕਿੱਥੇ ਆਉਂਦਾ ਜਾਂਦਾ ਸੀ ਕਿ ਹੀ ਵੁੱਡ ਡੂ ਦਾ ਰਾਊਂਡ ਆਫ ਸ਼ੇਵਿੰਗ, ਕਿ ਉਹ ਸ਼ੇਵ ਕਰਦਾ ਸੀ, ਹੈਅਰ ਕਟਿੰਗ ਕਰਦਾ ਸੀ। ਕਿੱਥੇ? ਹਾਈ ਕਾਸਟ ਨੋਟੇਬਲਸ, ਜਿਹੜੇ ਉੱਚੀ ਜਾਤ ਵਾਲੇ ਲੋਕਾਂ ਦੇ ਘਰ ਜਾਂਦਾ ਸੀ, ਉੱਥੇ ਜਾ ਕੇ ਉਹਨਾਂ ਦੀ ਕਟਿੰਗ ਕਰਦਾ, ਸਵੇਰ ਵੇਲੇ ਜਾਂਦਾ, ਫਿਰ ਆ ਕੇ ਉਹ ਨਹਾਉਂਦਾ ਅਤੇ ਫਿਰ ਡਰੈਸ ਪਾ ਕੇ ਫਿਰ ਉਹ ਸਟੀਲ ਆ ਰਾਈਡ ਟੂ ਟਾਊਨ, ਸ਼ਹਿਰ 'ਚ ਜਾ ਕੇ ਗੇੜੀ ਲਾ ਕੇ ਆਉਂਦਾ। ਹੁਣ ਉਹ ਸ਼ਹਿਰ 6 ਮੀਲ ਦੂਰ ਸੀਗਾ ਪਿੰਡ ਤੋਂ। ਔਨ ਦਾ ਫੁੱਟਰੈਸਟ ਆਫ ਦਾ ਕਲੋਜ਼ਡ ਕੈਰੀਏਜ, ਕਿਵੇਂ ਜਾਂਦਾ ਸੀਗਾ? ਤਾਂ ਇੱਕ ਕੈਰੀਏਜ 'ਚ ਜਾਂਦਾ, ਇੱਕ ਬੱਗੀ 'ਚ ਜਾਂਦਾ, ਕਲੋਜ਼ਡ ਜਿਹੜੀ ਕਿ ਬੰਦ ਹੁੰਦੀ ਸੀ, ਅਤੇ ਉਹ ਕਿਹਦੀ ਹੁੰਦੀ ਸੀ? ਲਾਲਾ ਹੁਕਮ ਚੰਦ ਦੀ। ਤਾਂ ਲਾਲਾ ਚਾਂਦ ਹੁਕਮ ਚੰਦ ਦੀ ਉਹ ਬੱਗੀ ਹੁੰਦੀ ਸੀ, ਤਾਂ ਉਸਦੇ ਉਹ ਫੁੱਟਰੈਸਟ 'ਤੇ ਬੈਠਦਾ। ਫੁੱਟਰੈਸਟ ਦਾ ਮਤਲਬ ਹੈ ਬੱਚਿਓ ਕਿ ਦੇਖੋ, ਇੱਕ ਤਾਂ ਬੱਗੀ ਦੇ ਵਿੱਚ ਸੀਟ ਬਣੀ ਹੁੰਦੀ ਹੈ ਨਾ, ਤਾਂ ਸੀਟ ਦੇ ਉੱਪਰ ਬੈਠਦੇ ਹਾਂ ਆਪਾਂ, ਅਤੇ ਆਪਾਂ ਸੀਟ ਦੇ ਉੱਪਰ ਬੈਠ ਕੇ ਆਪਣੇ ਪੈਰ ਨੀਚੇ ਲਗਾਉਂਦੇ ਹਾਂ, ਤਾਂ ਉਸਦੇ ਫੁੱਟਰੈਸਟ 'ਤੇ ਜਾ ਕੇ ਬੈਠਦਾ, ਅਤੇ ਫਿਰ ਉਹ ਉਸ ਬੱਗੀ 'ਚ ਬੈਠ ਕੇ ਕਿੱਥੇ ਜਾਂਦਾ? ਟਰੈਵਲ ਟੂ ਟਾਊਨ, ਸ਼ਹਿਰ ਚਲਾ ਜਾਂਦਾ। ਕਿਉਂਕਿ ਤੁਹਾਨੂੰ ਪਤਾ ਹੈ ਲਾਲਾ ਹੁਕਮ ਚੰਦ ਕੌਣ ਸੀ? ਲਾਇਰ ਸੀਗਾ, ਉਹ ਵਕਾਲਤ ਕਰਦਾ ਸੀ, ਆਪਣੇ ਪਿੰਡ ਦਾ ਵਕੀਲ ਸੀਗਾ ਉਹ, ਅਤੇ ਵਕਾਲਤ ਕਰਦਾ ਸੀ, ਸ਼ਹਿਰ ਰੋਜ਼ ਆਉਂਦਾ ਜਾਂਦਾ ਹੋਣਾ, ਤਾਂ ਉਸਦੀ ਬੱਗੀ 'ਚੋਂ ਬੈਠ ਕੇ ਜਾਂਦਾ। ਤਾਂ ਇਸ ਪੈਰੇ 'ਚ ਦੇਖਣ ਵਾਲੀ ਗੱਲ ਇਹ ਹੈ ਕਿ ਉਹ ਲਾਲਾ ਹੁਕਮ ਚੰਦ ਦੇ ਨਾਲ ਸੀਟ 'ਤੇ ਨਹੀਂ ਸੀ ਬੈਠਦਾ, ਉਸਦੇ ਨੀਚੇ ਫੁੱਟਰੈਸਟ 'ਤੇ ਬੈਠਦਾ, ਜਿੱਥੇ ਆਪਾਂ ਪੈਰ ਰੱਖਦੇ ਹਾਂ। ਤਾਂ ਇੱਥੋਂ ਪਤਾ ਲੱਗਦਾ ਹੈ ਕਿ ਜਿਹੜਾ ਕਾਸਟ, ਜਿਹੜਾ ਜਾਤ ਪਾਤ ਦਾ ਜਿਹੜਾ ਵਿਤਕਰਾ ਹੈ, ਉਹ ਕਿੰਨਾ ਜ਼ਿਆਦਾ ਫੈਲਿਆ ਹੋਇਆ ਸੀ ਕਿ ਇੱਕ ਛੋਟੀ ਜਾਤ ਵਾਲਾ ਇਨਸਾਨ ਵੱਡੀ ਜਾਤ ਵਾਲੇ ਦੇ ਨਾਲ ਨਹੀਂ ਸੀ ਬੈਠ ਸਕਦਾ, ਉਸਦੇ ਪੈਰਾਂ 'ਚ ਫੁੱਟਰੈਸਟ 'ਤੇ ਬੈਠਦਾ ਸੀਗਾ ਉਹ। ਬਟ ਚੰਦੂ ਵਾਜ਼ ਕਾਈਂਡ ਟੂ ਮੀ, ਪਰ ਚੰਦੂ ਮੇਰੇ ਪ੍ਰਤੀ ਬੜਾ ਦਿਆਲੂ ਸੀ। ਹੀ ਨਿਊ, ਉਹ ਜਾਣਦਾ ਸੀ ਦੈਟ ਆਈ ਵਾਜ਼ ਸੈਲਡਮ ਟੇਕਨ ਟੂ ਟਾਊਨ, ਕਿ ਮੈਨੂੰ ਤਾਂ ਕੋਈ ਸ਼ਹਿਰ ਲੈ ਕੇ ਨਹੀਂ ਸੀ ਜਾਂਦਾ। ਇੱਥੇ ਆਏ ਦਾ ਮਤਲਬ ਰਾਈਟਰ ਨੂੰ ਕਿਹਾ ਗਿਆ। ਐਂਡ ਦੈਟ ਆਈ ਹੈਡ ਟੂ ਟਰਜ 3 weary miles to a secondary school in the village of Jodiala with the fear of God in my heart। ਕਹਿੰਦੇ ਮੈਨੂੰ 3 ਮੀਲ ਥਕਾਵਟ ਵਾਲਾ, ਜਿਹੜਾ ਵੇਰੀ ਦਾ ਮਤਲਬ ਇੱਥੇ ਥਕਾਵਟ ਤੋਂ ਹੈ, ਥਕਾਵਟ ਨਾਲ ਭਰਿਆ 3 ਮੀਲ ਰੋਜ਼ ਚੱਲਣਾ ਪੈਂਦਾ ਸੀ ਤਾਂ ਕਿ ਮੈਂ ਸੈਕੰਡਰੀ ਸਕੂਲ 'ਚ ਜਾਵਾਂ। ਇੱਥੇ ਟਰਜ ਇੱਕ ਵਰਡ ਲਿਖਿਆ ਹੈ, ਇਸ ਦਾ ਮਤਲਬ ਗਲੋਸਰੀ ਦੇ ਵਿੱਚ ਲਿਖਿਆ ਹੈ ਅ ਲੌਂਗ ਐਂਡ ਟਾਇਰਿੰਗ ਵਾਕ। ਟਰਜ ਦਾ ਮਤਲਬ ਹੁੰਦਾ ਜਦੋਂ ਆਪਾਂ ਬਹੁਤ ਲੰਬੀ ਵਾਕ ਕਰੀਏ, ਪੈਦਲ ਜਾਈਏ, ਉਸ ਨੂੰ ਕਹਿੰਦੇ ਹੈ। ਤਾਂ ਸੈਕੰਡਰੀ ਸਕੂਲ ਜਾਣ ਦੇ ਲਈ ਮੈਨੂੰ 3 ਮੀਲ ਰੋਜ਼ ਚੱਲਣਾ ਪੈਂਦਾ ਸੀ। ਇਹ ਵਿਲੇਜ ਦਾ ਨਾਮ ਵੀ ਲਿਖਿਆ ਹੋਇਆ ਹੈ ਜੋਡੀਆਲਾ, ਅਤੇ ਮੇਰੇ ਮਨ ਦੇ ਵਿੱਚ ਹਮੇਸ਼ਾ ਪਰਮਾਤਮਾ ਦਾ ਡਰ ਰਹਿੰਦਾ, ਇਨ ਮਾਈ ਹਾਰਟ। ਕਿਉਂ? ਉਹ ਅੱਗੇ ਲਿਖਿਆ, ਵਾਈਲ ਹੀ ਹੈਡ ਬੀਨ ਕੰਪਲੀਟਲੀ ਐਬਜ਼ੋਰਵਡ ਫਰੋਮ ਦਾ ordeal ਆਫ ਬੀਂਗ ਫਲੋਗਡ ਬਾਈ ਕਰੂਅਲ ਮਾਸਟਰ ਐਜ਼ ਹੀ ਹੈਡ ਲੈਫਟ ਸਕੂਲ ਆਫਟਰ ਹਿਜ਼ ਫਾਦਰਸ ਡੈਥ। ਕਿਉਂਕਿ ਹੁਣ ਉਹ ਬਿਲਕੁਲ ਆਜ਼ਾਦ ਹੋ ਚੁੱਕਿਆ ਸੀ। ਐਬਜ਼ੋਰਵ ਦਾ ਮਤਲਬ ਜਦੋਂ ਬਿਲਕੁਲ ਕੋਈ ਆਜ਼ਾਦ ਹੋ ਜਾਂਦਾ ਹੈ। ਕਿਸ ਤੋਂ? ਇੱਥੇ ਹੀ ਦਾ ਮਤਲਬ ਇੱਥੇ ਕੌਣ ਹੈ? ਫਿਰ ਚੰਦੂ ਤੋਂ ਹੈ, ਕਿ ਚੰਦੂ ਆਜ਼ਾਦ ਹੋ ਚੁੱਕਿਆ ਸੀ। ਕਿਵੇਂ? ਕਿ ਜਿਹੜੇ ਸਕੂਲ ਦੇ ਵਿੱਚ ਕਰੂਅਲ ਮਾਸਟਰ ਸੀਗੇ, ਕਰੂਅਲ ਦਾ ਮਤਲਬ ਜ਼ਾਲਿਮ ਅਧਿਆਪਕ ਜਿਹੜੇ ਸੀਗੇ, ਉਹਨਾਂ ਦੀ ਡੰਡਿਆਂ ਦੀ ਮਾਰ ਤੋਂ, ਫਲੌਗ ਦਾ ਮਤਲਬ ਹੁੰਦਾ ਡੰਡਿਆਂ ਦੀ ਮਾਰ, ਕੁੱਟ ਕਟਾਪਾ, ਉਹਦੇ ਕੁੱਟ ਕਟਾਪੇ ਤੋਂ ਉਹ ਆਜ਼ਾਦ ਹੋ ਗਿਆ ਸੀ। ਕਿਉਂ? ਐਜ਼ ਹੀ ਹੈਡ ਲੈਫਟ ਸਕੂਲ ਆਫਟਰ ਹਿਜ਼ ਫਾਦਰਸ ਡੈਥ, ਕਿਉਂਕਿ ਪਿਤਾ ਦੇ ਡੈਥ ਤੋਂ ਬਾਅਦ, ਪਿਤਾ ਦੀ ਮੌਤ ਤੋਂ ਬਾਅਦ ਉਸਨੇ ਸਕੂਲ ਛੱਡਤਾ ਸੀ। ਤਾਂ ਹੁਣ ਉਸ ਨੂੰ ਕੋਈ ਡਰ ਨਹੀਂ ਸੀ, ਕਿਸੇ ਵੀ ਟੀਚਰ ਦੀ ਕੁੱਟ ਤੋਂ ਡਰ ਨਹੀਂ ਸੀ। ਤਾਂ ਸਟੂਡੈਂਟਸ, ਅੱਜ ਕੱਲ੍ਹ ਤਾਂ ਕੋਈ ਟੀਚਰ ਕਿਸੇ ਦੀ ਕੁੱਟਮਾਰ ਨਹੀਂ ਕਰਦਾ, ਪਰ ਪੁਰਾਣੇ ਜ਼ਮਾਨੇ 'ਚ ਕੁੱਟਮਾਰ ਬਹੁਤ ਹੁੰਦੀ ਸੀ, ਅਤੇ ਉਹਨਾਂ ਦਿਨਾਂ ਦੀ ਗੱਲ ਹੈ। ਹੁਣ ਜਿਹੜਾ ਚੰਦੂ ਹੈ, ਉਸ ਨੂੰ ਤਾਂ ਕੋਈ ਫਿਕਰ ਨਹੀਂ, ਕਿਉਂਕਿ ਉਹਨੇ ਸਕੂਲ ਜਾਣਾ ਸੀ। ਪਰ ਰਾਈਟਰ ਤਾਂ ਹੁਣ ਵੀ ਅਜੇ ਸੈਕੰਡਰੀ ਸਕੂਲ 'ਚ ਜਾ ਰਿਹਾ, ਤਾਂ ਉਸ ਨੂੰ ਹਮੇਸ਼ਾ ਡਰ ਲੱਗਿਆ ਰਹਿੰਦਾ ਸੀ ਕਿ ਮੈਂ ਅੱਜ ਸਕੂਲ ਦਾ ਕੰਮ ਨਹੀਂ ਕੀਤਾ, ਮੇਰੇ ਡੰਡੇ ਪੈਣਗੇ। ਸੋ ਹੀ ਆਲਵੇਜ਼ ਬਰੌਟ ਮੀ ਸਮ ਗਿਫਟ ਔਰ ਅਦਰ ਫਰੋਮ ਦਾ ਟਾਊਨ। ਤਾਂ ਜਦ ਵੀ ਉਹ ਸ਼ਹਿਰ ਜਾਂਦਾ, ਮੇਰੇ ਲਈ ਕੋਈ ਨਾ ਕੋਈ ਗਿਫਟ ਜ਼ਰੂਰ ਲੈ ਕੇ ਆਉਂਦਾ।
ਕੀ ਕੁਛ ਲੈ ਕੇ ਆਂਦਾ? ਅ ਪੇਂਟ ਬ੍ਰਸ਼, ਅ ਗੋਲਡ ਇੰਕ, ਵਾਈਟ ਚੌਕ ਔਰ ਅ ਡਬਲ ਐਜਡ ਪੈਨ ਨਾਈਫ ਟੂ ਸ਼ਾਰਪਨ ਪੈਨਸਿਲਸ ਵਿਦ। ਤਾਂ ਮੇਰੇ ਲਈ ਕਦੇ ਪੇਂਟ ਬ੍ਰਸ਼ ਲੈ ਕੇ ਆਂਦਾ, ਸੁਨਹਿਰੇ ਕਲਰ ਦੀ ਇੰਕ ਲੈ ਕੇ ਆਂਦਾ, ਸਿਆਹੀ ਲੈ ਕੇ ਆਂਦਾ, ਵਾਈਟ ਕਲਰ ਦਾ ਚੌਕ ਲੈ ਕੇ ਆਂਦਾ, 2 ਧਾਰੀ ਵਾਲਾ ਕੋਈ ਚਾਕੂ ਲੈ ਕੇ ਆਂਦਾ ਤਾਂ ਕਿ ਮੈਂ ਪੈਨਸਿਲ ਆਪਣੀ ਕੱਟ ਲਵਾਂ। ਐਜ਼ ਹੀ ਵੁੱਡ entertain me with long merry descriptions of the variety of things he saw in the bazaars of civilization। ਅਤੇ ਫਿਰ ਉਹ ਮੇਰੀ ਇੰਟਰਟੇਨਮੈਂਟ ਕਰਦਾ। ਇੰਟਰਟੇਨਮੈਂਟ ਦਾ ਮਤਲਬ ਮੇਰਾ ਮਨ ਪਰਚਾਵਾ ਕਰਤਾ। ਕਿਵੇਂ? ਇੱਕ ਲੰਬੀ ਸਾਰੀ ਖੁਸ਼ੀਆਂ ਵਾਲੀ ਇੱਕ ਡਿਸਕ੍ਰਿਪਸ਼ਨ ਕਰਦਾ, ਵਰਣਨ ਕਰਦਾ ਕਾਹਦੀਆਂ? ਬਹੁਤ ਸਾਰੀਆਂ ਚੀਜ਼ਾਂ ਦੀਆਂ ਜਿਹੜੀਆਂ ਕਿ ਉਸਨੇ ਸਿਵਲਾਈਜੇਸ਼ਨ ਦੇ ਬਾਜ਼ਾਰ ਵਿੱਚ ਦੇਖੀਆਂ ਹੁੰਦੀਆਂ ਸੀ। ਤਾਂ ਸਿਵਲਾਈਜੇਸ਼ਨ ਇੱਥੇ ਕਿਹਨੂੰ ਕਿਹਾ ਗਿਆ ਜੀ? ਟਾਊਨ। ਕਿ ਉਹ ਜਿਹੜੇ ਸ਼ਹਿਰ 'ਚ ਜਾਂਦਾ ਸੀ, ਉਸ ਸ਼ਹਿਰ ਦੇ ਬਾਜ਼ਾਰ ਦੇ ਵਿੱਚੋਂ ਜੋ ਕੁਛ ਵੀ ਦੇਖਦਾ ਸੀ ਉਹਦੇ ਬਾਰੇ ਫਿਰ ਮੈਨੂੰ ਚੰਗੀ ਤਰ੍ਹਾਂ ਵਰਣਨ ਕਰਦਾ। ਬੜਾ ਵਧੀਆ ਤਰੀਕੇ ਨਾਲ ਮੈਨੂੰ ਉਹ ਗੱਲਾਂ ਨਾਲ entertainment ਕਰਦਾ। He was particularly detailed in his description of the wonderful English styles in clothes which he saw the sahibs and the lawyers, the chaprasis and the policemen wearing at the district court, where he had to wait for the journey home at the back of Lala Hukam Chand's phaeton। ਤਾਂ ਉਹ ਖਾਸ ਤੌਰ 'ਤੇ ਉਹ ਵਰਣਨ ਕਰਦਾ ਡਿਟੇਲ ਦੇ ਵਿੱਚ ਉਹਨਾਂ ਅਦਭੁਤ ਇੰਗਲਿਸ਼ ਸਟਾਈਲ ਵਾਲੇ ਕੱਪੜਿਆਂ ਦੀ ਜਿਹੜੇ ਕਿ ਉਸਨੇ ਸਾਹਿਬ, ਲਾਇਰਸ, ਵਕੀਲ, ਚਪੜਾਸੀਆਂ ਦੇ ਜਾਂ ਸਿਪਾਹੀਆਂ ਦੇ ਪਹਿਨੇ ਹੋਏ ਉਸਨੇ ਦੇਖੇ ਹੁੰਦੇ ਸੀਗੇ ਡਿਸਟ੍ਰਿਕਟ ਕੋਰਟ 'ਚ। ਤਾਂ ਡਿਸਟ੍ਰਿਕਟ ਕੋਰਟ ਦੇ ਵਿੱਚ ਜਿਹੜੇ ਸਾਰੇ ਬੰਦੇ ਕੰਮ ਕਰਦੇ ਸੀ ਉਹਨਾਂ ਨੇ ਤਰ੍ਹਾਂ ਤਰ੍ਹਾਂ ਦੇ ਕੱਪੜੇ ਪਹਿਨੇ ਹੁੰਦੇ ਸੀ। ਤਾਂ ਉਹਨਾਂ ਦੇ ਬਾਰੇ ਸਾਰੀ ਡਿਸਕ੍ਰਿਪਸ਼ਨ ਉਹ ਆ ਕੇ ਮੈਨੂੰ ਦੱਸਦਾ। ਹੁਣ ਉਹ ਡਿਸਟ੍ਰਿਕਟ ਕੋਰਟ ਦੇ ਵਿੱਚ ਕਿਉਂ ਜਾਂਦਾ ਸੀ? ਕਿਉਂਕਿ ਲਾਲਾ ਹੁਕਮ ਚੰਦ ਉਸੇ ਡਿਸਟ੍ਰਿਕਟ ਕੋਰਟ ਦੇ ਵਿੱਚ ਵਕਾਲਤ ਕਰਦਾ ਨਾ। ਤਾਂ ਆਉਂਦੇ ਹੋਏ ਫਿਰ ਉਸਨੇ ਲਾਲਾ ਹੁਕਮ ਚੰਦ ਦੇ ਨਾਲ ਹੀ ਆਉਣਾ ਹੁੰਦਾ ਸੀ। ਤਾਂ ਲਾਲਾ ਹੁਕਮ ਚੰਦ ਦੀ ਵੇਟ ਕਰਦਾ ਉਹ ਡਿਸਟ੍ਰਿਕਟ ਕੋਰਟ ਦੇ ਵਿੱਚ ਜਾ ਕੇ। ਉੱਥੇ ਫਿਰ ਉਸਨੂੰ ਇਹ ਸਾਰੇ ਬੰਦੇ ਦਿਖਦੇ ਤਾਂ ਉਹਨਾਂ ਦੀਆਂ ਡਰੈਸਿਸ ਦੀ ਆ ਕੇ ਮੈਨੂੰ ਡਿਸਕ੍ਰਿਪਸ਼ਨ ਦੱਸਦਾ। ਇੱਥੇ ਫੇਟਨ ਲਿਖਿਆ ਹੋਇਆ ਹੈ, ਇਹ 13 ਨੰਬਰ 'ਤੇ ਹੈ। ਇਹਦਾ ਮਤਲਬ ਹੈ ਲਾਈਟ 4 ਵੀਲਡ ਓਪਨ ਕੈਰੀਏਜ ਡਰਾਨ ਬਾਈ 4 ਹੋਰਸਿਸ। ਤਾਂ ਇੱਕ ਅਜਿਹੀ ਬੱਗੀ ਜਿਹਨੂੰ 4 ਘੋੜੇ ਖਿੱਚਦੇ ਆ ਜੀ, ਉਸ ਨੂੰ ਅਸੀਂ ਫੇਟਨ ਕਹਿੰਦੇ ਹਾਂ। And once or twice he expressed to me a secret which he had to steal some money from the pitcher where his mother kept the emoluments of his professional skill to buy himself a rig out like that of Kala Khan, the dentist, who he said performed miracles in the town, fitting people with rows of teeth and even new eyes। ਕਹਿੰਦੇ ਇੱਕ ਜਾਂ ਦੋ ਵਾਰੀ ਉਸਨੇ ਮੈਨੂੰ ਕੁਝ ਦੱਸਿਆ, ਇੱਕ ਸੀਕ੍ਰੇਟ ਦੱਸਿਆ, ਇੱਕ ਭੇਦ ਦੱਸਿਆ। ਉਹ ਕੀ ਸੀ ਕਿ ਉਹ ਕੁਝ ਪੈਸੇ ਚੁਰਾਉਣਾ ਚਾਹੁੰਦਾ ਸੀ ਇੱਕ ਘੜੇ ਤੋਂ। ਪਿੱਚਰ ਘੜੇ ਨੂੰ ਕਿਹਾ ਜਾਂਦਾ ਜੀ। ਤਾਂ ਘੜੇ ਦੇ ਵਿੱਚ ਉਸਦੀ ਮਾਤਾ ਨੇ ਕੁਛ ਪੈਸਾ ਰੱਖਿਆ ਹੋਇਆ ਸੀ ਨਾ। ਐਮੋਲਿਊਮੈਂਟਸ ਦਾ ਮਤਲਬ 14 ਨੰਬਰ 'ਤੇ ਲਿਖਿਆ, ਜਿਸ ਦਾ ਮਤਲਬ ਹੈ ਕੰਪਨਸੇਸ਼ਨ ਫॉर ਅ ਜੌਬ ਵਿਚ ਇਜ਼ ਯੂਜ਼ਲੀ ਮੋਨੈਟਰੀ। ਉਹੀ ਪੈਸੇ ਜਦ ਆਪਾਂ ਕੋਈ ਕੰਮ ਕਰਕੇ ਸਾਨੂੰ ਮਿਲਦੇ ਆ ਉਸ ਨੂੰ ਅਸੀਂ ਐਮੋਲਿਊਮੈਂਟਸ ਕਹਿੰਦੇ ਹਾਂ। ਤਾਂ ਹਿਜ਼ ਪ੍ਰੋਫੈਸ਼ਨਲ ਸਕਿੱਲ, ਤਾਂ ਹਿਜ਼ ਦਾ ਮਤਲਬ ਚੰਦੂ। ਤਾਂ ਚੰਦੂ ਕੰਮ ਕਰਦਾ ਸੀ ਨਾ, ਨਾਈ ਦਾ ਕੰਮ ਕਰਦਾ ਸੀ, ਲੋਕਾਂ ਦੇ ਘਰੇ ਜਾ ਕੇ ਹੈਅਰ ਕਟਿੰਗ ਕਰਦਾ ਸੀ ਜਾਂ ਦਾੜੀ ਵਗੈਰਾ ਬਣਾਉਂਦਾ ਸੀ। ਤਾਂ ਉਹ ਤੋਂ ਜਿਹੜੇ ਨੂੰ ਪੈਸੇ ਮਿਲਦੇ ਸੀ ਉਹ ਪੈਸੇ ਉਹਦੀ ਮਦਰ ਨੇ ਸਾਂਭ ਕੇ ਇੱਕ ਘੜੇ 'ਚ ਰੱਖੇ ਹੋਏ ਸੀਗੇ। ਅਤੇ ਉਹ ਪੈਸੇ ਉਹ ਚੁਰਾਉਣਾ ਚਾਹੁੰਦਾ ਸੀਗਾ। ਕਿਉਂ? ਤਾਂ ਕਿ ਉਹ ਆਪਣੇ ਲਈ ਇੱਕ ਰਿਗ ਆਊਟ ਦਾ ਮਤਲਬ ਡਰੈਸ, ਤਾਂ ਇੱਕ ਡਰੈਸ ਖਰੀਦ ਕੇ ਲਿਆਵੇ ਜਿਹੜੀ ਕਿ ਕਾਲਾ ਖਾਨ ਵਰਗੀ ਹੋਵੇ ਨਾ। ਉਹ ਕਾਲਾ ਖਾਨ ਇੱਕ ਹੋਰ ਕਰੈਕਟਰ ਦੀ ਐਂਟਰੀ ਹੋਈ ਹੈ ਜੀ ਸਟੋਰੀ 'ਚ, ਜੋ ਕਿ ਡੈਂਟਿਸਟ ਹੈ, ਦੰਦਾਂ ਦਾ ਡਾਕਟਰ ਹੈ। ਅਤੇ ਉਹਦੇ ਬਾਰੇ ਉਹ ਕਹਿੰਦਾ ਸੀਗਾ, ਕਹਿੰਦਾ ਸ਼ਹਿਰ ਦੇ ਵਿੱਚ ਉਹ ਮਿਰੈਕਲਸ ਕਰਦਾ ਸੀ। ਮਿਰੈਕਲਸ ਦਾ ਮਤਲਬ ਅਜੂਬੇ ਕਰਦਾ ਸੀਗਾ। ਉਹ ਕਿਵੇਂ, ਕਿਹੜੇ ਅਜੂਬੇ ਕਰਦਾ ਸੀ? ਕਿ ਲੋਕਾਂ ਦੇ ਦੰਦ ਅਤੇ ਇੱਥੋਂ ਤੱਕ ਕਿ ਅੱਖਾਂ ਫਿੱਟ ਕਰ ਦਿੰਦਾ ਸੀ। ਲੋਕਾਂ ਦੇ ਦੰਦ ਫਿੱਟ ਕਰਦਾ ਸੀ ਅਤੇ ਅੱਖਾਂ ਵੀ ਫਿੱਟ ਕਰਦਾ ਸੀ। He described to me the appearance of Kala Khan, a young man with hair parted on one side and dressed in a starched shirt with an ivory collar and bow tie, a black coat and striped trousers, and a wonderful rubber overcoat and pumps। ਤਾਂ ਉਸਨੇ ਮੈਨੂੰ ਹੁਣ ਕਾਲਾ ਖਾਨ ਦੀ ਅਪੀਅਰੈਂਸ ਬਾਰੇ ਵਰਣਨ ਵੀ ਕੀਤਾ ਹੋਇਆ ਸੀ ਵੀ ਉਹ ਕਿੱਦਾਂ ਦਾ ਦਿਖਦਾ। ਕਹਿੰਦੇ ਯੰਗ ਮੈਨ ਸੀ ਜੀ, ਨੌਜਵਾਨ ਸੀ, ਜਿਹਦੇ ਇੱਕ ਪਾਸੇ ਵਾਲ ਉਸਨੇ ਕੀਤੇ ਹੁੰਦੇ ਸੀਗੇ ਅਤੇ ਉਸਨੇ ਸਟਾਰਚ ਸ਼ਰਟ ਪਹਿਨੀ ਹੋਈ ਸੀਗੀ, ਆਈਵਰੀ ਰੰਗ ਦੇ ਹੁੰਦੇ ਸੀ, ਅਤੇ ਉਸਨੇ ਟਾਈ ਵੀ ਪਹਿਨੀ ਹੁੰਦੀ ਸੀ, ਬਲੈਕ ਕੋਟ ਵੀ ਪਹਿਨਿਆ ਹੁੰਦਾ ਸੀ, ਅਤੇ ਉਸਨੇ ਧਾਰੀਆਂ ਵਾਲੀ ਇੱਕ ਟਰਾਊਜ਼ਰ ਪੈਂਟ ਵੀ ਪਹਿਨੀ ਹੁੰਦੀ ਸੀ, ਅਤੇ ਉਸਦੇ ਉੱਪਰ ਇੱਕ ਰਬੜ ਦਾ ਓਵਰਕੋਟ ਉਸਨੇ ਆਪਣੇ ਪਾਇਆ ਹੁੰਦਾ ਸੀ, ਅਤੇ ਉਸਦੇ ਪੰਪਸ ਵੀ ਹੁੰਦੇ ਸੀ ਨਾ। ਉਹ ਪੰਪਸ ਉਹ ਹੁੰਦੇ ਆ ਜਿਹੜੇ ਡਾਕਟਰ ਵਗੈਰਾ ਰੱਖਦੇ ਨੇ ਦਿਲ ਦੀ ਧੜਕਣ ਚੈੱਕ ਕਰਨ ਲਈ। And he recounted to me the skill with which this magician unpacked an ਅੰਗਰੇਜ਼ੀ leather handbag and flourished his shining steel instruments। ਅਤੇ ਉਸਨੇ ਮੈਨੂੰ ਇਹ ਵੀ ਦੱਸਿਆ ਸੀ ਕਿ ਉਹ ਕਿਸ ਸਕਿੱਲ ਦੇ ਨਾਲ, ਕਿਸ ਯੋਗਤਾ ਦੇ ਨਾਲ ਆਪਣੇ ਅੰਗਰੇਜ਼ੀ ਲੈਦਰ ਹੈਂਡਬੈਗ, ਦੇਖੋ ਇੱਥੇ ਅੰਗਰੇਜ਼ੀ ਸ਼ਬਦ ਆਇਆ। ਇਹ ਅੰਗਰੇਜ਼ੀ ਸ਼ਬਦ ਦੇਖੋ ਇੰਗਲਿਸ਼ ਦਾ ਤਾਂ ਹੈ ਨਹੀਂ ਵਰਡ, ਇਹ ਪੰਜਾਬੀ ਹਿੰਦੀ ਦਾ ਹੈ। ਤਾਂ ਇੱਥੋਂ ਸਾਨੂੰ ਪਤਾ ਲੱਗਦਾ ਹੈ ਕਿ ਇਹ ਜਿਹੜੀ ਸਟੋਰੀ ਹੈ ਕਿਸੇ ਇੰਡੀਆ ਨੇ ਲਿਖੀ ਹੈ। ਤਾਂ ਸਾਨੂੰ ਤਾਂ ਪਤਾ ਹੀ ਹੈ ਮੁਲਕ ਰਾਜ ਆਨੰਦ ਜੀ ਨੇ ਲਿਖੀ ਹੈ। ਅੰਗਰੇਜ਼ੀ ਲੈਦਰ ਦਾ ਮਤਲਬ ਕਿ ਫੋਰਨ ਦਾ ਜਿਹੜਾ ਚਮੜੇ ਵਾਲਾ ਇੱਕ ਹੈਂਡਬੈਗ ਸੀ, ਉਹਦੇ ਵਿੱਚੋਂ ਦੀ ਉਹ ਮੈਜੀਸ਼ੀਅਨ ਦੀ ਤਰ੍ਹਾਂ, ਜਾਦੂਗਰ ਦੀ ਤਰ੍ਹਾਂ ਉਹ ਕੀ ਕਰਦਾ ਸੀ, ਆਪਣੀਆਂ ਸ਼ਾਈਨਿੰਗ ਕਰਦੀਆਂ
ਚਮਕਾਂ ਮਾਰਦੀਆਂ ਹੋਈਆਂ ਸਟੀਲ ਦੇ ਇੰਸਟਰੂਮੈਂਟ ਜਿਹੜੇ ਸੀਗਾ ਉਹ ਬਾਹਰ ਕੱਢਦਾ ਸੀ ਤਾਂ ਕਿਸ ਤਰ੍ਹਾਂ ਕੱਢਦਾ ਸੀ ਇਹ ਵੀ ਮੈਨੂੰ ਉਹ ਕਰਕੇ ਦਿਖਾਉਂਦਾ ਸੀ। ਦੈਨ ਹੀ ਆਸਕਡ ਮਾਈ ਐਡਵਾਈਸ ਔਨ ਦੀ ਕੁਐਸਚਨ ਆਫ ਵੈਦਰ ਐਜ਼ ਅ ਬਾਰਬਰ ਐਜੂਕੇਟਿਡ ਟੂ ਦਾ 5th primary class he would not look more dignified if he too wore a dress in the style of Dr. Kala Khan. For though I am not a highly educated doctor, he said, I learned how to treat pimples, boils and cuts on people's bodies from my father, who learned from his father before him. ਇਸ ਸਟੋਰੀ ਦੇ ਵਿੱਚ ਨਾ ਲਾਈਨਸ ਬਹੁਤ ਵੱਡੀਆਂ ਨੇ। ਚਲੋ ਮੈਂ ਫਿਰ ਵੀ ਇਹ ਵੱਡੀ ਸਾਰੀ ਲਾਈਨ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ। ਫਿਰ ਉਹ ਮੇਰੀ ਐਡਵਾਈਸ ਮੰਗਦਾ, ਮੇਰੀ ਸਲਾਹ ਮੰਗਦਾ ਇੱਕ ਕੁਐਸਚਨ ਦੇ ਨਾਲ ਕਿ ਕੀ ਇੱਕ ਜਿਹੜਾ ਨਾਈ ਹੈ ਜੋ ਕਿ ਸਿਰਫ 5ਵੀਂ ਕਲਾਸ ਤੱਕ ਪੜ੍ਹਿਆ, 5th ਪ੍ਰਾਇਮਰੀ ਕਲਾਸ, ਤਾਂ ਇੱਥੋਂ ਸਾਨੂੰ ਪਤਾ ਲੱਗਦਾ ਹੈ ਕਿ ਜਿਹੜਾ ਚੰਦੂ ਹੈ ਉਹ ਸਿਰਫ 5ਵੀਂ ਕਲਾਸ ਤੱਕ ਪੜ੍ਹਿਆ, ਸਿਰਫ ਉਹਨੇ ਪ੍ਰਾਇਮਰੀ ਐਜੂਕੇਸ਼ਨ ਹੀ ਪ੍ਰਾਪਤ ਕੀਤੀ ਹੈ। ਕਹਿੰਦੇ ਕਿ ਉਹ ਚੰਗਾ ਲੱਗੂਗਾ ਜੇਕਰ ਉਸੇ ਤਰ੍ਹਾਂ ਦੀ ਉਹ ਡਰੈਸ ਪਾਵੇ ਜਿਸ ਤਰ੍ਹਾਂ ਕਿ ਡਾਕਟਰ ਕਾਲਾ ਖਾਨ ਨੇ ਪਾਈ ਹੋਈ ਹੈ। ਤਾਂ ਆਪਾਂ ਡਾਕਟਰ ਕਾਲਾ ਖਾਨ ਕਿਸ ਤਰ੍ਹਾਂ ਦੀ ਡਰੈਸ ਪਾਉਂਦਾ ਉੱਪਰ ਪੜ੍ਹ ਚੁੱਕੇ। ਕਹਿੰਦੇ ਮੈਨੂੰ ਇਹ ਲੱਗਦਾ ਹੈ ਕਿ ਮੈਂ ਹਾਈਲੀ ਐਜੂਕੇਟਿਡ ਡਾਕਟਰ ਤਾਂ ਹੈ ਨਹੀਂ। ਹੁਣ ਚੰਦੂ ਇਹ ਕਹਿੰਦਾ ਕਿ ਮੈਂ ਇੱਕ ਅਜਿਹਾ ਡਾਕਟਰ ਤਾਂ ਹੈ ਨਹੀਂ ਜਿਹੜਾ ਬਹੁਤ ਪੜ੍ਹਿਆ ਲਿਖਿਆ ਹੈ, ਪਰ ਮੈਨੂੰ ਪਤਾ ਹੈ ਕਿ ਜਿਹੜੀਆਂ ਚਿਹਰੇ ਦੀਆਂ ਪਿੰਪਲਸ ਨੇ, ਜਿਹੜੇ ਚਿਹਰੇ 'ਤੇ ਦਾਗ ਜਿਹੇ ਹੋ ਜਾਂਦੇ ਨੇ, ਉਹ ਕਿਸ ਤਰ੍ਹਾਂ ਟਰੀਟ ਕੀਤਾ ਜਾਂਦਾ ਹੈ। ਹੁਣ ਨਾਈ ਲੋਕ ਤਾਂ ਜਾਣਦੇ ਆ ਨਾ ਪਿੰਪਲਸ ਨੂੰ ਟਰੀਟ ਕਰਨਾ, ਫੇਸ਼ੀਅਲ ਕਰ ਦਿੰਦੇ ਨੇ, ਉਹ ਪਿੰਪਲਸ ਦੂਰ ਹੋ ਜਾਂਦੇ ਨੇ। ਤਾਂ ਬੋਇਲਸ ਅਤੇ ਕੱਟਸ ਜਿਹੜੇ ਪੀਪਲ ਦੀ ਬੋਡੀਜ਼ 'ਤੇ ਆ ਜਾਂਦੇ ਨੇ, ਇਹ ਸਾਰੀਆਂ ਚੀਜ਼ਾਂ ਮੈਂ ਆਪਣੇ ਫਾਦਰ ਤੋਂ ਸਿੱਖੀਆਂ ਨੇ। ਤਾਂ ਬੋਡੀਜ਼ 'ਤੇ ਜਿਹੜੇ ਕੱਟਸ ਆਉਂਦੇ ਨੇ ਉਹਨਾਂ ਨੂੰ ਕਿਵੇਂ ਦੂਰ ਕਰਨਾ ਹੈ, ਚਿਹਰੇ ਦੇ ਪਿੰਪਲਸ ਕਿਵੇਂ ਦੂਰ ਕਰਨਾ ਹੈ। ਤਾਂ ਮੈਂ ਵੀ ਤਾਂ ਕਹਿੰਦਾ ਡਾਕਟਰ ਹੈ, ਚੱਲ ਠੀਕ ਹੈ ਮੈਂ ਬਹੁਤਾ ਪੜ੍ਹਿਆ ਲਿਖਿਆ ਡਾਕਟਰ ਹੈ ਨਹੀਂ। ਤਾਂ ਮੇਰੇ ਫਾਦਰ ਨੇ ਸਾਰੀਆਂ ਚੀਜ਼ਾਂ ਕਿੱਥੋਂ ਸਿੱਖੀਆਂ? ਆਪਣੇ ਫਾਦਰ ਤੋਂ। ਤੇ ਇਸ ਤਰ੍ਹਾਂ ਇਹ ਕੰਮ ਚੱਲਦਾ ਰਿਹਾ। I agreed with his project and encouraged him with the enthusiasm I felt for everything that my hero thought or did. ਕਹਿੰਦੇ ਮੈਂ ਉਸਦੇ ਪ੍ਰੋਜੈਕਟ ਦੇ ਨਾਲ ਅਗਰੀ ਕੀਤਾ, ਮੈਂ ਹਾਂ ਕੀਤੀ ਵੀ ਹਾਂ ਜੋ ਤੂੰ ਸੋਚਦਾ ਬਿਲਕੁਲ ਸਹੀ ਸੋਚਦਾ, ਤੈਨੂੰ ਡਾਕਟਰ ਕਾਲਾ ਖਾਨ ਵਾਂਗੂ ਸਾਰੀ ਡਰੈਸ ਲੈਣੀ ਚਾਹੀਦੀ ਹੈ, ਤੂੰ ਵੀ ਡਾਕਟਰ ਹੈ। ਅਤੇ ਫਿਰ ਮੈਂ ਉਸ ਨੂੰ ਐਨਕਰੇਜ ਕੀਤਾ, ਉਸ ਨੂੰ ਉਤਸ਼ਾਹਿਤ ਕੀਤਾ ਇਹ ਸੋਚ ਕੇ ਕਿ ਮੇਰਾ ਹੀਰੋ ਇਹ ਚੀਜ਼ ਸੋਚਦਾ ਹੈ ਜਾਂ ਉਹ ਕਰਨਾ ਚਾਹੁੰਦਾ ਹੈ, ਬਿਲਕੁਲ ਠੀਕ ਹੈ। ਇਸ ਲਾਈਨ ਦੇ ਵਿੱਚ ਸਾਨੂੰ ਬੱਚਿਓ ਪਤਾ ਲੱਗਦਾ ਹੈ ਕਿ ਜਿਹੜਾ ਸਾਡਾ ਰਾਈਟਰ ਹੈ ਉਹ ਚੰਦੂ ਨੂੰ ਆਪਣਾ ਹੀਰੋ ਵੀ ਸਮਝਦਾ ਹੈ। ਇਹ ਤਾਂ ਗੱਲਾਂ ਆਪਾਂ ਸ਼ੁਰੂ ਤੋਂ ਹੀ ਪੜ੍ਹ ਰਹੇ ਹਾਂ ਸਟੋਰੀ ਤੋਂ ਕਿ ਜਦੋਂ ਵੀ ਕੋਈ ਕੰਮ ਕਰਦਾ ਸੀ ਤਾਂ ਚੰਦੂ ਲੀਡ ਲੈ ਕੇ ਕੰਮ ਕਰਦਾ ਸੀ ਅਤੇ ਜਿਹੜਾ ਰਾਈਟਰ ਹੈ ਤਾਂ ਹਰ ਗੱਲ 'ਚ ਉਸਦੀ ਹਾਂ 'ਚ ਹਾਂ ਮਿਲਾਉਂਦਾ ਸੀ। ਤਾਂ ਹੁਣ ਉਹ ਉਸ ਨੂੰ ਹੀਰੋ ਕਹਿ ਰਹੇ ਹੈ ਅਤੇ ਉਹ ਜੋ ਕੁਛ ਕਰਨਾ ਚਾਹੁੰਦਾ ਤਾਂ ਰਾਈਟਰ ਕਹਿੰਦਾ ਠੀਕ ਹੈ। ਇਸ ਪੈਰੇ ਵਿੱਚ ਸਾਨੂੰ ਇਹ ਵੀ ਪਤਾ ਚੱਲਦਾ ਬੱਚਿਓ ਕਿ ਚੰਦੂ ਦੇ ਮਨ 'ਚ ਇੱਕ ਬਹੁਤ ਦੇਰ ਤੋਂ ਖੁਆਇਸ਼ ਹੈ ਕਿ ਉਹ ਡਾਕਟਰ ਵਾਂਗੂ ਲੱਗੇ। ਉਹ ਇਹ ਵੀ ਕਿਤੇ ਸੋਚਦਾ ਹੈ ਕਿ ਮੈਂ ਵੀ ਡਾਕਟਰ ਵਾਲਾ ਕੰਮ ਹੀ ਕਰ ਰਿਹਾ ਕਿਉਂਕਿ ਮੈਂ ਲੋਕਾਂ ਦੇ ਚਿਹਰੇ ਅਤੇ ਉਹਨਾਂ ਦੀ ਬੋਡੀ ਦਾ ਇਲਾਜ ਕਰਦਾ ਹੈ, ਤਾਂ ਮੈਂ ਵੀ ਇੱਕ ਡਾਕਟਰ ਹਾਂ ਅਤੇ ਮੈਂ ਵੀ ਉਸੇ ਤਰ੍ਹਾਂ ਦੇ ਮੈਨੂੰ ਕੱਪੜੇ ਕਾਲਾ ਖਾਨ ਵਾਂਗੂ ਜੋ ਡੈਂਟਿਸਟ ਹੈ ਉਹਦੇ ਵਰਗੇ ਕੱਪੜੇ ਮੈਨੂੰ ਪਾਉਣੇ ਚਾਹੀਦੇ।